वाहेगुरु जी का खालसा, वाहेगुरु जी की फतेह। आवाज ठीक है जी, कोई दिक्कत नहीं? सही है जी। ठीक है जी। सुखमनी साहब ਦੀ ਬਾਣੀ ਦੀ ਵਿਚਾਰ ਅਸੀਂ ਲੜੀਵਾਰ ਕਰ ਰਹੇ ਹਾਂ ਔਰ ਇਸ ਵਿਚਾਰ ਦੇ ਵਿੱਚ ਅਸੀਂ ਪਿਛਲੀ ਜੋ ਸਾਡੀ ਮੀਟਿੰਗ ਹੋਈ ਹੈ ਉਹਦੇ ਵਿੱਚ ਪੰਜਵੀਂ ਅਸ਼ਟਪਦੀ ਦੇ ਸ਼ਲੋਕ ਦੀ ਵਿਚਾਰ ਅਸੀਂ ਸਮਝੀ ਸੀ ਔਰ ਉਹ ਸ਼ਲੋਕ ਹੈ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ ਨਾਨਕ ਕਹੂੰ ਨਾ ਸੀਜਈ ਬਿਨ ਨਾਮੈ ਪਤ ਜਾਏ। ਸੋ ਉਸ ਸ਼ਲੋਕ ਨੂੰ ਅਸੀਂ ਸਮਝ ਕੇ ਅਸੀਂ ਅੱਗੇ ਦਾ ਜਿਹੜਾ ਹੈ ਪਦਾ ਜਿਹੜਾ ਹੈ ਉਹ ਅਸੀਂ ਸਮਝਾਂਗੇ ਕਿਉਂਕਿ ਸ਼ਲੋਕ ਜਿਹੜਾ ਹੈ ਉਹ ਹਰ ਇੱਕ ਪਦ ਜਿਹੜੇ ਵੀ ਅਸ਼ਟਪਦੀ ਹੈ ਉਸ ਅਸ਼ਟਪਦੀ ਦਾ ਸਿਰਲੇਖ ਕਹਿ ਲਈਏ ਉਹਦਾ ਹੁੰਦਾ ਹੈ, ਉਹ ਟਾਈਟਲ ਹੁੰਦਾ ਤੇ ਸਾਰੀ ਅਸ਼ਟਪਦੀ ਜਿਹੜੀ ਹੈ ਉਸੀ ਸ਼ਲੋਕ ਦੇ ਇਰਦ ਗਿਰਦ ਹੀ ਰਹਿੰਦੀ ਹੈ। ਉਸੀ ਸ਼ਲੋਕ ਦੀ ਹੀ ਸਾਰੀ ਵਿਆਖਿਆ ਜਿਹੜੀ ਹੈ ਉਹ ਅਸ਼ਟਪਦੀ ਦੇ ਵਿੱਚ ਦਿੱਤੀ ਹੁੰਦੀ ਹੈ ਤੇ ਉਸ ਸ਼ਲੋਕ ਦੇ ਵਿੱਚ ਅਸੀਂ ਸਮਝਿਆ ਸੀ ਕਿ ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ। ਅਸੀਂ ਆਮ ਤੌਰ ਤੇ ਜਿਹਦਾ ਅਸੀਂ ਅਰਥ ਸਮਝਦੇ ਹਾਂ ਉਹ ਇਹੀ ਹੁੰਦਾ ਕਿ ਦੇਨ ਹਾਰ ਬਈ ਸਾਨੂੰ ਬੜੀਆਂ ਸਾਰੀਆਂ ਚੀਜ਼ਾਂ ਸਾਨੂੰ ਮਿਲਦੀਆਂ, ਮਕਾਨ, ਪੈਸਾ, ਦੌਲਤ, ਗਹਿਣੇ, ਬੜਾ ਕੁਛ ਜਿਹੜੀ ਹੈ ਦੁਨੀਆ ਦੇ ਚੀਜ਼ਾਂ ਜਿਹੜੀਆਂ ਉਹ ਛੋੜ ਕੇ ਅਸੀਂ ਦੂਜੇ ਕਿਸੇ ਹੋਰ ਪਾਸੇ ਲੱਗ ਗਏ ਹਾਂ। ਨਾਨਕ ਕਹੂੰ ਨਾ ਸੀਜਈ ਬਿਨ ਨਾਮੇ ਪਤ ਜਾਏ। ਪਰ ਇਹਨੂੰ ਅਸੀਂ ਇਸ ਢੰਗ ਨਾਲ ਸਮਝਿਆ ਸੀ ਕਿ ਕਿਉਂਕਿ ਰਹਾਉ ਦੀ ਜਿਹੜੀ ਪੰਕਤੀ ਹੈ, ਰਹਾਉ ਦੀ ਪੰਕਤੀ ਨੂੰ ਅਸੀਂ ਟੇਕ ਬਣਾ ਕੇ ਪੂਰੀ ਸੁਖਮਨੀ ਸਾਹਿਬ ਦੇ ਅਰਥਾਂ ਨੂੰ ਸਮਝ ਰਹੇ ਹਾਂ ਔਰ ਰਹਾਉ ਸੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਸੋ ਉਹ ਜਿਹੜਾ ਸੁਖ ਦੀ ਗੱਲ ਜਿਹੜੀ ਕੀਤੀ ਨਾ, ਸੁਖ ਉਹ ਨਾਮ ਦੇ ਵਿੱਚ ਜਿਹੜਾ ਸੁਖ ਹੈ ਉਹ ਐਕਚੁਅਲ ਦੇ ਵਿੱਚ ਉਹ ਜਿਹੜਾ ਸੁਖ ਹੈ ਉਹ ਜਿਹੜਾ ਨਾਮ ਹੈ, ਨਾਮ ਦਾ ਸੁਖ, ਇਹ ਦੇਨਹਾਰ ਉਸ ਨਾਮ ਦੇ ਸੁਖ ਦੀ ਗੱਲ ਚੱਲ ਰਹੀ, ਦੁਨਿਆਵੀ ਪਦਾਰਥਾਂ ਦੀ ਗੱਲ ਨਹੀਂ ਚੱਲਦੀ। ਦੇਨਹਾਰ ਪ੍ਰਭ ਛੋੜ ਗਿਆ। ਸੋ ਇੱਥੇ ਦੇਨਹਾਰ ਤੋਂ ਭਾਵ ਹੈਗਾ ਉਹ ਜੋ ਨਾਮ ਦਾ ਸੁਖ, ਜੋ ਰੱਬੀ ਗੁਣ ਜਿਹੜੇ ਹੈਗੇ ਨੇ ਉਹ ਰੱਬੀ ਗੁਣ ਜਿਹੜੇ ਨੇ ਉਹ ਦੇਨਹਾਰ ਪ੍ਰਭ ਹੈ। ਦੇਨਹਾਰ ਪ੍ਰਭ ਛੋੜ ਕੇ ਉਸ ਪ੍ਰਭ ਨੂੰ ਛੱਡ ਕੇ ਲਾਗੇ ਆਨ ਸੁਆਏ, ਹੋਰ ਸਵਾਰਥਾਂ ਦੇ ਵਿੱਚ, ਹੋਰ ਸਵਾਦਾਂ ਦੇ ਵਿੱਚ ਲੱਗਿਆ। ਨਾਨਕ ਕਹੂੰ ਨਾ ਸੀਜਈ। ਇਸ ਤਰ੍ਹਾਂ ਕਾਮਯਾਬੀ ਨਹੀਂ ਮਿਲਦੀ ਜ਼ਿੰਦਗੀ ਦੇ ਮਕਸਦ ਦੇ ਵਿੱਚ, ਇਸ ਤਰ੍ਹਾਂ ਕਦੀ ਵੀ ਸਕਸੈਸ ਹਾਸਲ ਨਹੀਂ ਹੁੰਦੀ। ਬਿਨ ਨਾਮੇ ਪਤ ਜਾਏ। ਬਿਨ ਨਾਮੇ, ਨਾਮੇ ਹੁੰਦਾ ਨਿਆਓ, ਨਾਮੇ ਹੁੰਦਾ ਨਾਮ, ਉਹ ਐਕਚੁਅਲ ਉਹ ਨਾਮ ਦਾ ਦੇਣਹਾਰ ਹੀ ਹੈ। ਬਿਨ ਨਾਮੇ, ਜੇ ਉਹ ਨਾਮ ਨਹੀਂ ਲਿਆ, ਜੇ ਉਹ ਰੱਬੀ ਨਿਯਮ ਨੂੰ ਨਹੀਂ ਸਮਝਿਆ, ਉਹ ਨਾਮੇ ਬਿਨ ਨਾਮੇ ਨਾਹੀ ਕੋਤਾ, ਉਹ ਰੱਬੀ ਨਿਯਮ ਨਾਮੇ ਜਿਹੜਾ ਨਹੀਂ ਲਿਆ, ਬਿਨ ਨਾਮੇ ਪਤ ਜਾਏ। ਉਹ ਆਪਣੇ ਅੰਦਰੋਂ ਜਿਹੜਾ ਹੈ ਉਹਦੀ ਪਤ ਭਾਵ, ਉਹਦੀ ਇੱਜ਼ਤ ਸਮਾਨ ਜਿਹੜਾ ਹੈ, ਸੈਲਫ ਐਸਟੀਮ ਜਿਹੜੀ ਹੈ ਨਾ, ਉਹ ਆਪਣੇ ਆਪ ਅੰਦਰੋਂ ਹੀ ਗਿਰਦੀ ਹੈ ਉਹਦੀ। ਉਹ ਕਦੀ ਵੀ ਇਨਸਾਨ ਜਿਹੜਾ ਨਾ ਸੈਲਫ ਐਸਟੀਮ ਨਹੀਂ ਹੁੰਦਾ। ਸੋ ਅੱਜ ਉਸੀ ਸ਼ਲੋਕ ਦੇ ਅੱਗੀ ਦੀ ਜਿਹੜੀ ਵਿਚਾਰ, ਅਸੀਂ ਕਾਫੀ ਟਾਈਮ ਲਾ ਕੇ, ਸ਼ਾਇਦ ਅੱਧਾ ਪੌਣਾ ਘੰਟਾ ਲਗਾ ਕੇ ਅਸੀਂ ਇਸ ਸ਼ਲੋਕ ਨੂੰ ਸਿਰਫ ਸਮਝਿਆ ਪਿਛਲੇ ਮੀਟਿੰਗ ਦੇ ਵਿੱਚ, ਜਿਨ੍ਹਾਂ ਨੇ ਅਟੈਂਡ ਕੀਤੀ ਹੋਏ। ਤੇ ਅੱਜ ਉਸ ਸ਼ਲੋਕ ਤੋਂ ਅੱਗੇ ਅਸੀਂ ਸਮਝਦੇ ਹਾਂ ਅੱਜ ਦਾ ਜਿਹੜਾ ਪਦਾ ਹੈ, ਪਹਿਲਾ ਪਦਾ। 10 ਵਸਤੂ ਲੈ ਪਾਛੇ ਪਾਵੈ, एक बस्त कारण बिखोट गवावै, एक भी ना दे 10 भी हिर ले, तो मूड़ा कहो कहाँ करे, जिस ठाकुर स्यों नाही चारा, ताको कीजै सद नमस्कारा, जाके मन लागा प्रभ मीठा, सरब सूख ताहू मन बूठा, जिस जन अपना हुक्म मनाया, सरब थोक नानक तिन पाया। सो ये इस अष्टपदी का जो है पहला श्लोक है। सुखमनी साहब होए या कोई होर बाणी होए या शब्द होए या कोई पाठ, कुछ भी असी करते हैं, नितनेम करो, कुछ भी, हर एक बाणी का शब्द का जिहड़ा मकसद है साडे पढ़न का, समझण का, उन्हों गाउण का, या कुछ भी असी करते हैं, ਉਹਦਾ ਮਕਸਦ ਕੇਵਲ ਤੇ ਕੇਵਲ ਇੱਕੋ ਹੀ ਹੁੰਦਾ ਕਿ ਇਸ ਨੂੰ ਪੜ੍ਹ ਕੇ ਜਾਂ ਗਾ ਕੇ
ਸਾਡੇ ਜ਼ਿੰਦਗੀ ਦੇ ਵਿੱਚ ਕੋਈ ਸੁੱਖ, ਚੈਨ, ਕੋਈ ਹਲੀਮੀ, ਕੋਈ ਖੇੜਾ ਆਏ। ਜੇ ਸਾਡਾ ਅਸੀਂ ਰੱਬੀ ਗੁਣਾਂ ਤੋਂ ਲੈਣ ਤੋਂ ਇਲਾਵਾ ਜੇ ਕੋਈ ਸਾਡਾ ਕੋਈ ਹੋਰ ਮਕਸਦ ਹੈ ਤੇ ਸਾਨੂੰ ਇਸ ਤੇ ਵਿਚਾਰ ਕਰਨੀ ਚਾਹੀਦੀ ਹੈ, ਸਮਝਣਾ ਚਾਹੀਦਾ ਕਿ ਸਾਡਾ ਜਿਹੜਾ ਹੈ ਬਾਣੀ ਪੜਨ ਦਾ ਜਿਹੜਾ ਹੈ ਉਹ ਐਕਚੁਅਲ ਮਕਸਦ ਜਿਹੜਾ ਹੈ ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਹੈ ਉਸ ਤੋਂ ਅਸੀਂ ਕਿਤੇ ਥਿੜਕੇ ਹੋਏ। ਸੋ ਗੁਰਬਾਣੀ ਪੜਨ ਦਾ ਸਾਡਾ ਮਕਸਦ ਜਿਹੜਾ ਹੁੰਦਾ ਉਹ ਇਹੀ ਹੁੰਦਾ ਕਿ ਸਾਨੂੰ ਕਿਤੇ ਜ਼ਿੰਦਗੀ ਦੇ ਵਿੱਚ ਖੇੜਾ ਆਏ, ਹਲੀਮੀ ਆਏ, ਸੁੱਖ ਜਾਂ ਚੈਨ ਦੀ, ਆਨੰਦ ਦੀ ਅਸੀਂ ਭਾਲ ਜੋ ਅਸੀਂ ਕਰਦੇ ਹਾਂ ਸਾਰੀ ਜ਼ਿੰਦਗੀ, ਉਹ ਸਾਨੂੰ ਮਿਲਣਾ ਚਾਹੀਦਾ। ਪਰ ਜੇ ਇਹ ਨਾ ਮਿਲੇ, ਜੇ ਬਾਣੀ ਪੜ੍ਹਦਿਆਂ ਹੋਇਆਂ, ਪਾਠ ਕਰਦਿਆਂ ਹੋਇਆਂ, ਕੀਰਤਨ ਸੁਣਦਿਆਂ, ਕੀਰਤਨ ਕਰਦਿਆਂ, ਸਹਿਜ ਪਾਠ ਕਰਦਿਆਂ ਜਾਂ ਨਿਤਨੇਮ ਕਰਦਿਆਂ, ਗੁਰਦੁਆਰੇ ਜਾਂਦਿਆਂ ਜਾਂ ਜੋ ਵੀ ਅਸੀਂ ਐਕਟੀਵਿਟੀ ਅਸੀਂ ਕਰ ਰਹੇ ਹਾਂ, ਉਹਨੂੰ ਕਰਦੇ ਕਰਦੇ ਸਾਡੇ 10 ਸਾਲ, 20 ਸਾਲ, 40 ਸਾਲ, 60 ਸਾਲ, ਜਿੰਨੇ ਵੀ ਟਾਈਮ ਅਸੀਂ ਕਹੀਏ ਉਹ ਨਿਕਲ ਜਾਏ ਔਰ ਸਾਡੀ ਜ਼ਿੰਦਗੀ ਦੇ ਵਿੱਚ ਉਹ ਚੀਜ਼ ਨਾ ਮਿਲੇ ਜਿਹੜੀ ਅਸੀਂ ਚਾਹੁੰਦੇ ਹਾਂ, ਉਹ ਖੇੜਾ, ਉਹ ਖੁਸ਼ੀ, ਉਹ ਆਨੰਦ, ਉਹ ਸੁੱਖ, ਉਹ ਚੈਨ ਨਾ ਆਏ, ਤੇ ਸਾਨੂੰ ਇਸ ਚੀਜ਼ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਹੈ ਕਿ ਵੀ ਜਿਸ ਮਕਸਦ ਨੂੰ ਲੈ ਕੇ ਅਸੀਂ ਕਰ ਰਹੇ ਹਾਂ ਕੰਮ, ਉਹ ਸਾਡਾ ਮਕਸਦ ਹੱਲ ਕਿਉਂ ਨਹੀਂ ਹੋ ਰਿਹਾ। ਛੋਟੇ ਤੋਂ ਛੋਟਾ ਵੀ ਅਸੀਂ ਘਰ ਦੇ ਵਿੱਚ ਕੰਮ ਕਰਦੇ ਹਾਂ ਨਾ, ਇੱਕ ਛੋਟਾ ਜਿਹਾ ਗਮਲੇ ਦੇ ਵਿੱਚ ਬੀਜ ਲਗਾਉਂਦੇ ਹਾਂ ਨਾ ਅਸੀਂ, ਤੇ ਜੇ ਉਹ ਸਾਡਾ ਐਕਸਪੈਕਟਡ ਜਿਹੜਾ ਟਾਈਮ ਹੁੰਦਾ ਨਾ, ਪੀਰੀਅਡ ਕਿ 4 ਦਿਨ ਜਿਹਦੇ ਚੋਂ ਕੋਈ ਬੂਟਾ ਉਗ ਜਾਏਗਾ, ਬੀਜ ਫੁੱਟੇਗਾ, 6 ਦਿਨ ਲੱਗਣਗੇ, ਹਫ਼ਤਾ ਲੱਗੇਗਾ, 15 ਦਿਨ ਲੱਗਣਗੇ, ਮਹੀਨਾ ਲੱਗੇਗਾ, ਜੋ 10 ਦਿਨ, 15 ਦਿਨ, ਹਫ਼ਤਾ ਹੀ, ਮਹੀਨੇ ਤੱਕ ਉਹ ਬੀਜ ਨਹੀਂ ਫੁੱਟਦਾ, ਕੋਈ ਅੰਦਰੋਂ ਪੌਦਾ ਨਹੀਂ ਨਿਕਲਦਾ, ਤੇ ਅਸੀਂ ਫਿਰ ਸਾਰਾ ਦੇਖਦੇ ਹਾਂ ਨਾ ਕਿ ਵੀ ਕੀ ਕਾਰਨ ਹੋ ਗਿਆ। ਖਾਦ ਸਹੀ ਨਹੀਂ ਸੀ, ਮਿੱਟੀ ਸਹੀ ਨਹੀਂ ਸੀ, ਬੀਜ ਸਹੀ ਨਹੀਂ ਸੀ, ਧੁੱਪ ਸਹੀ ਨਹੀਂ ਲੱਗੀ ਜਾਂ ਪਾਣੀ ਸਹੀ ਨਹੀਂ ਦਿੱਤਾ, ਕੋਈ ਨਾ ਕੋਈ ਰੀਜ਼ਨ ਕਿਤੇ ਨਾ ਕਿਤੇ ਹੋਏਗਾ ਨਾ ਕਿ ਪੌਦਾ ਨਹੀਂ ਫੁੱਟਿਆ। ਮੈਂ ਜੋ ਬੀਜ ਪਾਇਆ ਸੀ ਉਹਦਾ ਰਿਜ਼ਲਟ ਮੈਨੂੰ ਨਹੀਂ ਮਿਲਿਆ, ਤੇ ਉੱਥੇ ਅਸੀਂ 10 ਦਿਨ, 15 ਦਿਨ, ਹਫ਼ਤੇ ਬਾਅਦ ਅਸੀਂ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਮੇਰਾ ਬੀਜ ਪਾਇਆ ਹੋਇਆ, ਇੱਕ ਛੋਟਾ ਜਿਹਾ ਕੰਮ ਕੀਤਾ, ਉਹ ਕਿਉਂ ਨਹੀਂ ਹੋਇਆ। ਤੇ ਜਿਸ ਕੰਮ ਨੂੰ, ਮਕਸਦ ਨੂੰ ਲੈ ਕੇ 10-10, 15-15, 20-20, 40-40, 50-50, 70-70 ਸਾਲ ਸਾਡੇ ਨਿਕਲ ਗਏ ਔਰ ਉਹ ਮਕਸਦ ਸਾਡਾ ਹੱਲ ਨਾ ਹੋਏ, ਤੇ ਸਾਡਾ ਧਿਆਨ ਉਧਰ ਜਾਣਾ ਚਾਹੀਦਾ ਕਿ ਇਸ ਮਕਸਦ ਤੇ ਮੈਨੂੰ ਕਾਮਯਾਬੀ ਕਿਉਂ ਨਹੀਂ ਮਿਲੀ। ਜੋ ਇਸ ਪਦੇ ਦਾ ਜਿਹੜਾ ਸ਼ਲੋਕ ਹੈ, ਨਾਨਕ ਕਹੂੰ ਨਾ ਸੀਜਈ, SCG ਮਤਲਬ ਹੁੰਦਾ ਕਾਮਯਾਬੀ ਮਿਲਣਾ, ਸਕਸੈਸ ਹਾਸਿਲ ਹੋਣੀ। ਮੈਨੂੰ ਉਹਦੇ ਵਿੱਚ ਸਕਸੈਸ ਹਾਸਿਲ ਨਾ ਹੋਏ ਤੇ ਮੈਨੂੰ ਇਸ ਚੀਜ਼ ਦੇ ਬਾਰੇ ਸੋਚਣਾ ਚਾਹੀਦਾ, ਸਾਡਾ ਧਿਆਨ ਉਧਰ ਪੈਣਾ ਚਾਹੀਦਾ ਕਿ ਅਸੀਂ ਮਕਸਦ ਵਿੱਚ ਕਾਮਯਾਬ ਕਿਉਂ ਨਹੀਂ ਹੋਏ। ਸੋ ਜੇ ਇਹ ਨਹੀਂ ਹੋਇਆ ਤੇ ਸਾਡਾ ਧਿਆਨ ਜ਼ਰੂਰ ਪੈਣਾ ਚਾਹੀਦਾ, ਉਹਦਾ ਕਾਰਨ ਜਿਹੜਾ ਹੈ ਅਸੀਂ ਜ਼ਰੂਰ ਸਮਝੀਏ। ਉਹਦਾ ਕਾਰਨ ਅਸੀਂ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਉਹਦੇ ਬੜੇ ਸਾਰੇ ਰੀਜ਼ਨ ਹੋ ਸਕਦੇ ਨੇ, ਲੇਕਿਨ ਜਿਹੜਾ ਮੇਨ ਰੀਜ਼ਨ ਉਹਦੇ ਚ ਹੈਗਾ ਕਿ ਅਸੀਂ ਜਿਹੜਾ ਹੈ ਸ਼ਬਦਾਂ ਨੂੰ, ਬਾਣੀ ਨੂੰ ਸਿਰਫ ਪੜਨ ਤੱਕ ਹੀ ਰਹਿ ਗਏ, ਉਹਨੂੰ ਸਮਝਣ ਤੱਕ ਨਹੀਂ ਗਏ, ਵਿਚਾਰਨ ਤੱਕ ਨਹੀਂ ਗਏ, ਪੜਨ ਤੱਕ, ਗਾਣ ਤੱਕ ਰਹਿ ਗਏ। ਔਰ ਦੂਸਰੀ ਜਿਹੜੀ ਹੈ ਉਹ ਸਾਡੀ ਅਸੀਂ ਗਲਤੀ ਇਹ ਕਰ ਦਿੱਤੀ ਕਿ ਅਸੀਂ ਪੜਨ ਨਾ ਹੋਏ, ਗਾਣਾ ਹੋਏ ਜਾਂ ਉਹਨੂੰ ਜੋ ਵੀ ਇਹਦੀ ਧਾਰਮਿਕ ਜਿਹੜੀ ਉਹਨੂੰ ਅਸੀਂ ਐਕਟੀਵਿਟੀ ਕਹਿੰਦੇ ਆ, ਉਸ ਵਾਸਤੇ ਅਸੀਂ ਦੂਸਰੇ ਤੇ ਡਿਪੈਂਡੈਂਟ ਹੋ ਗਏ। ਕੋਈ ਸਾਨੂੰ ਪੜ੍ਹ ਕੇ ਸੁਣਾ ਦੇਵੇ, ਕੋਈ ਸਾਨੂੰ ਜਿਹੜਾ ਹੈ ਉਹ ਇਹਦੇ ਬਾਰੇ ਘਰ ਜਿਹੜਾ ਅਖੰਡ ਪਾਠ ਦਾ ਕਨਸੈਪਟ ਹੈ ਨਾ, ਪਤਾ ਨਹੀਂ ਕਿਸ ਤਰ੍ਹਾਂ ਸਾਡੇ ਵਿੱਚ ਆ ਗਿਆ। ਅਖੰਡ ਪਾਠ ਦਾ ਸਿੱਖੀ ਦੇ ਵਿੱਚ ਬੜਾ ਔਖਾ ਜਿਹਾ ਲਫ਼ਜ਼ ਹੈਗਾ, ਸ਼ਾਇਦ ਸੁਣਨ ਵਾਲਿਆਂ ਨੂੰ ਕਈ ਵਾਰੀ ਲੱਗਦਾ ਕਿ ਕਹਿ ਰਹੇ ਨੇ ਅਖੰਡ ਪਾਠ ਕਰਾਉਣ ਦਾ ਕੋਈ ਵੀ ਕਨਸੈਪਟ ਸਿੱਖੀ ਦੇ ਵਿੱਚ ਨਹੀਂ ਹੈ ਕਿ 5 ਭਾਈ ਸਾਹਿਬ ਬੁਲਾ ਕੇ ਤੁਸੀਂ ਅਖੰਡ ਪਾਠ ਕਰਾਓ। ਸਿੱਖੀ ਦੇ ਵਿੱਚ ਕੇਵਲ ਤੇ ਕੇਵਲ ਸਹਿਜ ਪਾਠ ਆਪ ਕਰਨ ਦੀ ਪ੍ਰਥਾ ਹੈ, ਔਰ ਅਸੀਂ ਸਮਝ ਲਿਆ ਕਿ ਕੋਈ ਆਣਗੇ ਸਾਡੇ ਕੋਲ 5-7 ਜਿਹੜੇ ਆਉਂਦੇ ਨੇ ਭਾਈ ਸਾਹਿਬ, ਉਹ ਪਾਠ ਕਰਨਗੇ ਤੇ ਇਹਦਾ ਲਾਹਾ ਜਿਹੜਾ ਸਾਨੂੰ ਮਿਲ ਜਾਏਗਾ, ਸਾਡੇ ਪਰਿਵਾਰ ਨੂੰ। ਇਸ ਤਰ੍ਹਾਂ ਗੁਰਮਤ ਦਾ ਕੋਈ ਸਿਧਾਂਤ ਨਹੀਂ ਹੈ ਕਿ ਕੋਈ ਪੜ ਜਾਏਗਾ ਉਹਦਾ ਲਾਹਾ ਜਿਹੜਾ ਸਾਨੂੰ ਮਿਲ ਜਾਏਗਾ। ਆਪ ਬੀਜ ਆਪੇ ਹੀ ਖਾਓ, ਆਪ ਹੀ ਸਾਰੇ ਐਫਰਟ, ਆਪਣੀ ਸਾਰੀ ਮਿਹਨਤ ਹੈਗੀ ਹੈ। ਲੇਕਿਨ ਅਸੀਂ ਹਰ ਇੱਕ ਚੀਜ਼ ਦੇ ਉੱਤੇ ਵਾਸਤੇ ਅਸੀਂ
ਭਾਈ ਸਾਹਿਬ ਦੇ ਉੱਤੇ, ਕਥਾਕਾਰਾਂ ਦੇ ਉੱਤੇ ਜਾਂ ਪ੍ਰਚਾਰਕਾਂ ਦੇ ਉੱਤੇ, ਉਹਨਾਂ ਤੇ ਡਿਪੈਂਡੈਂਟ ਹੋ ਗਏ ਕਿ ਜੋ ਉਹਨਾਂ ਨੇ ਪੜ੍ਹ ਕੇ ਸਾਨੂੰ ਜਿਸ ਢੰਗ ਦੇ ਨਾਲ ਗੁਰਬਾਣੀ ਦੇ ਅਰਥ ਕਰਕੇ ਸੁਣਾ ਦਿੱਤੇ, ਸਮਝਾ ਦਿੱਤੇ, ਅਸੀਂ ਐਜ਼ ਇਟ ਇਜ਼ ਉਸ ਤਰ੍ਹਾਂ ਹੀ ਮੰਨ ਲਏ। ਅਸੀਂ ਕਦੀ ਵੀ ਕ੍ਰਾਸ ਚੈੱਕ ਵੀ ਨਹੀਂ ਕੀਤਾ ਕਿ ਗੁਰਮਤ ਦੇ ਸਿਧਾਂਤਾਂ ਦੇ ਨਾਲ ਇਹ ਗੱਲ ਮੇਲ ਵੀ ਖਾਂਦੀ ਹੈ ਕਿ ਨਹੀਂ ਖਾਂਦੀ। ਜਿਸ ਢੰਗ ਦੇ ਨਾਲ ਉਹਨਾਂ ਨੇ ਸਮਝਾਇਆ, ਅਸੀਂ ਉਸ ਢੰਗ ਦੇ ਨਾਲ ਹੀ ਮੰਨ ਲਿਆ। ਔਰ ਜਿਹੜਾ ਵੀ ਇਸ ਫੀਲਡ ਦੇ ਵਿੱਚ ਆਂਦਾ ਹੈ, ਉਹ ਜਿਹੜਾ ਪੁਜਾਰੀਵਾਦ ਸਾਡੇ ਚ ਪੈਦਾ ਹੋ ਗਿਆ ਇਸ ਢੰਗ ਦੇ ਨਾਲ, ਉਸ ਪੁਜਾਰੀਵਾਦ ਦਾ ਮਕਸਦ ਕੇਵਲ ਤੇ ਕੇਵਲ ਧਨ ਕਮਾਣਾ ਔਰ ਆਪਣਾ ਮਕਸਦ ਹੱਲ ਕਰਨਾ ਹੀ ਸੀ। ਔਰ ਅਸੀਂ ਉਸ ਪੁਜਾਰੀਵਾਦ ਦੇ ਸਿਸਟਮ ਤੇ ਡਿਪੈਂਡੈਂਟ ਹੋ ਗਏ। ਗੁਰਦੁਆਰੇ 'ਚ ਕੀ ਪ੍ਰਥਾ ਹੋਏਗੀ, ਕੀ ਮਰਿਆਦਾ ਹੋਏਗੀ, ਕੀ ਸਿਸਟਮ ਹੋਏਗਾ, ਪਾਠ ਕਿਸ ਤਰ੍ਹਾਂ ਕੀਤਾ ਜਾਏਗਾ, ਕਿਹੜੀ ਮੈਂ ਸਾਰੀਆਂ ਚੀਜ਼ਾਂ ਦੇ ਉੱਤੇ ਇੱਕ ਚੀਜ਼ ਜਿਹੜੀ ਹੈ ਨਾ, ਉਸ ਚੀਜ਼ ਵਾਸਤੇ ਅਸੀਂ ਕਿਸੇ ਨਾ ਕਿਸੇ ਦੇ ਉੱਤੇ ਡਿਪੈਂਡੈਂਟ ਹੋ ਗਏ। ਔਰ ਉਹਨਾਂ ਨੇ ਸਾਨੂੰ ਇਸ ਢੰਗ ਦੇ ਨਾਲ ਘੁਮਾ ਦਿੱਤਾ ਕਿ ਤੁਸੀਂ ਪਾਠ ਜਿਹੜਾ ਹੈ ਉਹ ਆਪ ਨਹੀਂ ਕਰਨਾ। ਜੇ ਤੁਸੀਂ ਆਪ ਕੀਤਾ, ਮਰਿਆਦਾ ਦੇ ਵਿੱਚ ਕਿਤੇ ਉਲੰਘਣਾ ਹੋ ਗਈ ਤੇ ਤੁਹਾਨੂੰ ਪਾਪ ਲੱਗੇਗਾ, ਤੁਸੀਂ ਨਰਕਾਂ ਨੂੰ ਜਾਓਗੇ। ਇਸ ਤਰ੍ਹਾਂ ਫੋਲੋ ਕਰੀਦਾ, ਇਸ ਤਰ੍ਹਾਂ ਸੇਵਾ ਕਰੀਦਾ, ਇਸ ਤਰ੍ਹਾਂ ਮਰਿਆਦਾ ਅਪਣਾਈਦਾ, ਇਹ ਤਰੀਕਾ ਹੁੰਦਾ, ਇਹ ਢੰਗ ਹੁੰਦਾ। ਸਾਡੇ ਵਿੱਚ ਬਹੁਤਿਆਂ ਨੂੰ ਇਹੀ ਡਰ ਲੱਗਣ ਲੱਗ ਗਿਆ ਕਿ ਕਿਤੇ ਮੇਰੇ ਕੋਲੋਂ ਕੋਈ ਅਵਗਿਆ ਨਾ ਹੋ ਜਾਏ, ਕੋਈ ਗਲਤੀ ਨਾ ਹੋ ਜਾਏ, ਕੋਈ ਬੇਅਦਬੀ ਨਾ ਹੋ ਜਾਏ। ਬਸ ਸਾਨੂੰ ਇਸੇ ਚੀਜ਼ਾਂ ਦੇ ਉਲਝਾ ਕੇ ਰੱਖ ਦਿੱਤਾ। ਹਰ ਇੱਕ ਬੰਦਾ ਆਮ ਕੁਐਸਚਨ ਹੁੰਦਾ ਕਿ ਵੀ ਮੈਂ ਇਸ ਤਰ੍ਹਾਂ ਕਰ ਲਾਂ, ਕਿਤੇ ਕੋਈ ਬੇਅਦਬੀ ਤੇ ਨਹੀਂ ਹੋ ਜਾਏਗੀ, ਗਲਤੀ ਤੇ ਨਹੀਂ ਹੋ ਜਾਏਗੀ। ਹਰ ਚੀਜ਼ ਉੱਤੇ। ਔਰ ਸਾਨੂੰ ਦੇਖੋ, ਕੋਈ ਚੀਜ਼ ਤੁਸੀਂ ਮਾਰਕੀਟ ਦੇ ਜਾਓ ਨਾ, ਕੋਈ ਆਪਣੀ ਚੀਜ਼ ਲੈ ਕੇ ਸੇਲ ਕਰਨ ਵਾਸਤੇ, ਮੰਨ ਲਓ ਕੋਈ ਕਿਸੇ ਨੇ ਆਪਣਾ ਮਕਾਨ ਸੇਲ ਕਰਨਾ ਹੋਏ ਜਾਂ ਆਪਣੀ ਕਾਰ ਸੇਲ ਕਰਨੀ ਹੋਏ, ਹੁਣ ਗੱਡੀ ਸੇਲ ਕਰਨੀ ਹੋਏਗੀ ਨਾ, ਤੁਸੀਂ ਜਦੋਂ ਗੱਡੀ ਕਿਸੇ ਨੂੰ ਲੈ ਕੇ ਜਾਓਗੇ ਨਾ, ਦਿਖਾਓਗੇ, 10 ਕਮੀਆਂ ਕੱਢਦਾ ਤੁਹਾਡੇ ਗੱਡੀ ਦੀਆਂ। ਨਹੀਂ ਜੀ ਇਹ ਇਸ ਤਰ੍ਹਾਂ ਹੈ ਜੀ, ਇਹਦੇ ਤੇ ਹੈ, ਇਹਦੀ ਤੇ ਹੈ, ਕਈ ਚੀਜ਼ਾਂ ਉਹ ਕਮੀਆਂ ਕੱਢੇਗਾ। ਉਹਨੂੰ ਪਤਾ ਇਹਦੀਆਂ ਮੈਂ ਕਮੀਆਂ ਕੱਢਾਂਗਾ ਤਾਂ ਹੀ ਤੇ ਮੈਂ ਇਹਦੀ ਕੀਮਤ ਘੱਟ ਕਰਵਾ ਸਕਦਾ। ਠੀਕ ਇਸੇ ਤਰ੍ਹਾਂ ਜਿਹੜਾ ਪੁਜਾਰੀਵਾਦ ਸਿਸਟਮ ਸੀ, ਉਹਨਾਂ ਨੇ ਇਨਸਾਨਾਂ ਦੇ ਜਿਹੜੇ ਗੁਰਦੁਆਰੇ ਆਣ ਜਾਂ ਉਸ ਧਰਮ ਸਥਾਨਾਂ ਤੇ ਆਉਣ ਵਾਲੇ ਸੀ, ਉਹਨਾਂ ਦੇ ਅੰਦਰ ਕਮੀਆਂ ਗਣਾਈਆਂ। ਤੁਸੀਂ ਪਾਪੀ ਹੋ, ਤੁਸੀਂ ਨਰਕਾਂ ਨੂੰ ਜਾਓਗੇ, ਤੁਸੀਂ ਇਹ ਨਹੀਂ ਕਰਦੇ, ਤੁਸੀਂ ਉਹ ਨਹੀਂ ਕਰਦੇ, ਤੁਹਾਡੀ ਮੁਕਤੀ ਨਹੀਂ ਹੋਏਗੀ। ਕਿਉਂਕਿ ਉਹਨਾਂ ਨੂੰ ਪਤਾ ਸੀ ਜਿੰਨਾ ਅਸੀਂ ਇਹਨਾਂ ਨੂੰ ਡਰਾ ਕੇ ਰੱਖਾਂਗੇ, ਜਿੰਨਾ ਇਹਨਾਂ ਦੀਆਂ ਕਮੀਆਂ ਕੱਢਾਂਗੇ, ਤਾਂ ਹੀ ਤੇ ਜੇਬ ਢਿੱਲੀ ਕਰਨਗੇ, ਸਾਡੇ ਅੱਗੇ ਮੱਥੇ ਟੇਕਣਗੇ ਉਹ ਆਪਣੇ ਪਾਪ ਬਖਸ਼ਾਉਣ ਵਾਸਤੇ। ਸੋ ਸਾਡਾ ਅੱਜ ਇੱਥੇ ਮੀਟਿੰਗਸ ਦਾ ਜਾਂ ਜੋ ਵਿਚਾਰਾਂ ਅਸੀਂ ਕਰ ਰਹੇ ਹਾਂ, ਉਹਦਾ ਮਕਸਦ ਸਾਡਾ ਸਮਝਣ ਦਾ ਇਹੀ ਹੈਗਾ ਕਿ ਅਸੀਂ ਗੁਰਮਤ ਦੇ ਸਿਧਾਂਤਾਂ ਨੂੰ ਜਿਹੜਾ ਹੈ ਉਹ ਸਮਝ ਲਈਏ ਪੱਕੀ ਤਰ੍ਹਾਂ। ਇੱਕ ਵਾਰੀ ਸਿਧਾਂਤਾਂ ਦਾ ਸਾਨੂੰ ਕੰਪਲੀਟ ਪਤਾ ਲੱਗ ਗਿਆ ਨਾ, ਤੇ ਫਿਰ ਸਾਨੂੰ ਕੋਈ ਵੀ ਪੁਜਾਰੀ, ਕੋਈ ਵੀ ਧਰਮ ਦਾ ਠੇਕੇਦਾਰ, ਕੋਈ ਵੀ ਜਿਹੜਾ ਸਾਡਾ ਆਗੂ ਬਣ ਕੇ ਸਾਡੇ ਸਿਰਾਂ ਤੇ ਬੈਠ ਕੇ ਸਾਨੂੰ ਭਰਮਾ ਨਹੀਂ ਸਕਦਾ। ਸੋ ਅਸੀਂ ਗੁਰਬਾਣੀ ਦੇ ਬੇਸਿਕ ਕਨਸੈਪਟ ਨੂੰ ਇੱਕ ਵਾਰੀ ਸਮਝ ਲਈਏ। ਬੇਸਿਕ ਸਿਧਾਂਤ ਜਿਹੜੇ ਨੇ, ਗੁਰਬਾਣੀ ਦੇ ਫੰਡਾਮੈਂਟਲਸ ਨੇ, ਉਹਨਾਂ ਨੂੰ ਅਸੀਂ ਸਮਝਦੇ ਹੋਏ ਕਈ ਸ਼ਬਦਾਂ ਨੂੰ ਹੀ ਅਸੀਂ ਨਾਲ ਦੇ ਨਾਲ ਸਮਝਦੇ ਰਹਿੰਦੇ ਹਾਂ। ਸੁਖਮਨੀ ਸਾਹਿਬ ਦੇ ਬਾਣੀ ਦੇ ਰਾਹੀਂ ਅਸੀਂ ਸਮਝਿਆ ਸੀ ਕਿ ਜੋ ਮੰਗੇ ਠਾਕੁਰ ਆਪਣੇ, ਤੇ ਸ਼ਬਦ ਦਾ ਕੀ ਸਿਧਾਂਤ ਹੈ ਕਿ ਉੱਥੇ ਜਾ ਕੇ ਮੰਗਣ ਦਾ ਨਹੀਂ ਕੰਮ ਹੈਗਾ। ਉਹਦੇ ਚ ਇਹ ਨਹੀਂ ਕਿਹਾ ਜਾਏਗਾ ਕਿ ਉੱਥੇ ਜਾ ਕੇ ਲਿਲਕੜੀਆਂ ਕਰਕੇ ਉੱਥੇ ਕੁਝ ਮੰਗਣਾ ਸ਼ੁਰੂ ਕਰ। ਉਸੇ ਰਹਾਓ ਦੇ ਸਿਧਾਂਤ ਤੋਂ ਅਸੀਂ ਸਮਝਿਆ ਸੀ ਸ਼ਬਦ ਨੂੰ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਉਸ ਰਾਮਦਾਸ ਸਰੋਵਰ ਦੀ ਗੱਲ ਨਹੀਂ ਚੱਲ ਰਹੀ ਜੋ ਦਰਬਾਰ ਸਾਹਿਬ ਦਾ ਸਰੋਵਰ ਦੀ ਗੱਲ ਹੈ। ਸਾਨੂੰ ਘੁਮਾ ਦਿੱਤਾ ਗਿਆ। ਅਸੀਂ ਸਮਝਿਆ ਸੀ ਪੂਤਾ ਮਾਤਾ ਕੀ, ਅਸੀਂ ਕਿਸੇ ਮੁੰਡੇ ਦੇ ਘਰ ਦੇ ਬਰਥਡੇ ਵਾਸਤੇ ਸ਼ਬਦ ਨਹੀਂ ਹੈਗਾ। ਇਸੇ ਤਰ੍ਹਾਂ ਅਸੀਂ ਹੋਰ ਕਈ ਸ਼ਬਦਾਂ ਨੂੰ ਅਸੀਂ ਸਮਝਾਂਗੇ ਇੱਕ ਇੱਕ ਕਰਕੇ, ਤੇ ਸਾਨੂੰ ਇਹ ਸਾਰੇ ਜਦੋਂ ਗੁਰਮਤਿ ਦੇ ਬਾਣੀ ਦੇ ਸਿਧਾਂਤ ਸਮਝ ਆਣਗੇ ਨਾ, ਇੱਕ ਸ਼ਬਦ ਹੋਰ ਸਾਨੂੰ ਪੰਕਤੀ ਬੜੀ ਸੁਣਾਈ ਜਾਂਦੀ ਹੈ, ਡਿਠੈ ਸਭੇ ਥਾਮ ਨਹੀਂ ਤੁਧ ਜਿਹੇ। ਔਰ ਹਰ ਦਰਬਾਰ ਸਾਹਿਬ ਦੀ ਫੋਟੋ ਉੱਤੇ ਲੱਗੀ ਹੋਏਗੀ ਔਰ ਥੱਲੇ ਪੰਕਤੀ ਸਾਨੂੰ ਆਮ ਘਰਾਂ ਦੇ ਵਿੱਚ ਲੱਗੀ ਮਿਲਦੀ ਹੈ, ਤੁਸੀਂ ਵੀ ਸਾਰਿਆਂ ਨੇ ਦੇਖੀ ਹੋਏਗੀ। ਔਰ ਸਭ ਨੂੰ ਇਹੀ ਭੁਲੇਖਾ ਹੈਗਾ ਕਿ ਡਿਠੈ ਸਭੇ ਥਾਮ ਨਹੀਂ ਤੁਧ ਜਿਹੇ, ਇਹ ਦਰਬਾਰ ਸਾਹਿਬ ਵਾਸਤੇ ਪੰਕਤੀ ਉਚਾਰੀ ਹੋਈ ਹੈ, ਪਰ ਐਸਾ ਨਹੀਂ ਹੈ।
गुरु ग्रंथ साहब च देखना कि डिठा सभ्य थां बाणी कित्थे हैगी है। बाणी का टाइटल हैगा फुनहे महला पंजवां। फुनहे महला पंजवां टाइटल दे अगे सारी बाणी लिखी हुई है। ਉਹਦੇ ਵਿੱਚ ਇਹ ਜਿਹੜੇ 23 ਪਦੇ ਹੈਗੇ ਨੇ ਉਸ ਬਾਣੀ ਦੇ ਅੰਦਰ 23 ਪਦਿਆਂ ਦੇ ਵਿੱਚੋਂ 10ਵੇਂ ਨੰਬਰ ਦਾ ਪਦਾ ਹੈਗਾ, ਉਹਦੀ ਇੱਕ ਲਾਈਨ ਹੈਗੀ ਹੈ ਇਹ ਵਾਲੀ, ਡਿਠਾ ਸਭੇ ਥਾਮ ਨਹੀਂ ਤੁਧ ਜਿਆ। ਤੇ ਪੂਰੀ ਬਾਣੀ ਜਿਹੜੀ ਹੈ ਉਹਦੇ ਵਿੱਚ ਕਿਤੇ ਵੀ ਐਸਾ ਜ਼ਿਕਰ ਨਹੀਂ ਮਿਲਦਾ। ਇੱਕ ਪੰਕਤੀ ਨੂੰ ਲੈ ਕੇ ਅਸੀਂ ਉਹਦੇ ਨੂੰ ਦਰਬਾਰ ਸਾਹਿਬ ਦੇ ਨਾਲ ਜੋੜ ਦਿੱਤਾ ਗਿਆ। ਉੱਤੇ ਥੱਲੇ ਦੀਆਂ ਉੱਤੇ ਦੇ 9 ਪਦੇ ਔਰ ਥੱਲੇ ਦੇ ਸਾਰੇ ਪਦੇ 10ਵੇਂ ਤੋਂ ਬਾਅਦ 13 ਪਦੇ ਉਹਨਾਂ ਦਾ ਕਿਤੇ ਜ਼ਿਕਰ ਹੀ ਨਹੀਂ ਹੈ ਕਿ ਇਹ ਗੱਲ ਕਿਹੜੀ ਚੱਲ ਰਹੀ ਹੈ, ਕੰਟੀਨਿਊਟੀ ਹੋ ਕੀ ਰਿਹਾ। ਫੁਨਹੇ ਦਾ ਮਤਲਬ ਹੁੰਦਾ ਹੈ, ਜਿਸ ਤਰ੍ਹਾਂ ਹਿੰਦੀ ਚ ਅਸੀਂ ਪੜ੍ਹਦੇ ਹਾਂ ਨਾ ਪੁਨਹੇ ਦਾ ਮਤਲਬ ਹੁੰਦਾ ਹੈ ਰਿਪੀਟ, ਦੁਬਾਰਾ। ਉਹਦੇ ਵਿੱਚ ਇੱਕ ਵਰਡ ਹੈਗਾ ਹਰ ਹਾਂ। ਹਰ ਪਦਾ ਜਦੋਂ ਸ਼ੁਰੂ ਹੁੰਦਾ ਹੈ ਉਹਦਾ ਹਰ ਪਦੇ ਤੋਂ ਪਹਿਲੇ ਉਹਦਾ ਲਿਖਿਆ ਹੋਇਆ ਹਰ ਹਾਂ ਜਿਹੜਾ ਹੈਗਾ ਉਹ ਪੁਨਹ ਹੈ। ਪੁਨਹ ਇੱਕ ਕਾਵ ਰਚਨਾ ਹੈ, ਉਹ ਪੋਇਟਰੀ ਫਾਰਮ ਹੈਗੀ। ਉਹਦੇ ਵਿੱਚ ਕਿਤੇ ਵੀ ਡਿੱਠੇ ਸਭੇ ਥਾਮ ਨਹੀਂ ਤੁਧ ਜਿਆ ਦਾ ਜਿਹੜਾ ਕਨਸੈਪਟ ਹੈਗਾ ਉਹ ਦਰਬਾਰ ਸਾਹਿਬ ਦੇ ਨਾਲ ਨਹੀਂ ਟੁਕਦਾ। ਪੂਰੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਉਹ। ਸੋ ਕਹਿਣ ਦਾ ਮਤਲਬ ਕਿ ਜਿਸ ਤਰ੍ਹਾਂ ਸਾਨੂੰ ਸਮਝਾ ਦਿੱਤਾ ਗਿਆ ਅਸੀਂ ਐਜ਼ ਇਟ ਇਜ਼ ਉਸ ਤਰ੍ਹਾਂ ਹੀ ਮੰਨ ਕੇ ਉਹੀ ਲਫ਼ਜ਼ਾਂ ਨੂੰ ਉਹੀ ਗੱਲਾਂ ਨੂੰ ਮੰਨ ਕੇ ਅਸੀਂ ਉੱਧਰ ਹੀ ਤੁਰ ਪਏ। ਅਸੀਂ ਕਦੀ ਵੀ ਕ੍ਰਾਸ ਚੈੱਕ ਨਹੀਂ ਕੀਤਾ। ਇਸੇ ਤਰ੍ਹਾਂ ਅਸੀਂ ਸ਼ਬਦ ਸਮਝਿਆ ਸੀ ਕਿਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਅਸੀਂ ਸਾਨੂੰ ਇਹ ਸ਼ਬਦ ਦੇ ਅਰਥ ਇਹ ਦੱਸੇ ਗਏ ਕਿ ਪਤਾ ਨਹੀਂ ਕਦੋਂ ਅਸੀਂ ਕਦੋਂ ਕਿਹੜੀ ਘੜੀ ਕਿੱਥੇ ਕਦੋਂ ਮਰ ਜਾਣਾ। ਕਿਆ ਜਾਣਾ ਕਿ ਮਰਾਂਗੇ। ਜੇਕਰ ਮਨੋ ਸਾਹਿਬ ਰੱਬ ਨਹੀਂ ਵਿਸਰਦਾ ਤੇ ਮੌਤ ਜਿਹੜੀ ਨਾ ਬੜੀ ਸੌਖੀ ਹੁੰਦੀ ਹੈ, ਫਿਰ ਔਖੀ ਮੌਤ ਨਹੀਂ ਮਿਲਦੀ। ਬੜਾ ਉਹ ਕਹਿੰਦੇ ਨੇ ਬਸ ਸੁੱਤੇ ਸੁੱਤੇ ਡੈਥ ਹੋ ਗਈ ਆ, ਬੜੇ ਸੌਖੇ। ਪਰ ਜੇਕਰ ਇਸ ਪੰਕਤੀਆਂ ਨੂੰ ਅਸੀਂ ਇਸ ਤਰ੍ਹਾਂ ਸਮਝ ਲਈਏ ਤੇ ਕਿਆ ਫਿਰ ਅਸੀਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਨੂੰ ਕੀ ਕਵਾਂਗੇ। ਜੇਕਰ ਸਾਹਿਬ ਮਨੋ ਨਾ ਵਿਸਰੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਅਸੀਂ ਕੀ ਕਵਾਂਗੇ। ਸਹਿਲਾ ਮਰਨਾ ਹੋਏ ਅਸੀਂ ਕਹਿ ਸਕਦੇ ਹਾਂ, ਆਸਾਨ ਸੀ ਹੋ ਗਿਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੈ, ਭਾਈ ਮਨੀ ਸਿੰਘ ਜੀ ਦੀ, ਭਾਈ ਤਾਰੂ ਸਿੰਘ ਜੀ ਦੀ, ਪਤਾ ਨਹੀਂ ਕਿਤਨੇ ਸੈਂਕੜੇ ਸ਼ਹੀਦੀਆਂ ਅਸੀਂ ਗਿਣ ਸਕਦੇ ਹਾਂ। ਕਿਆ ਉਹ ਸਹਿਲਾ ਮਰਨਾ ਸੀ। ਕਦੀ ਅਸੀਂ ਗੁਰਬਾਣੀ ਦੇ ਨਾਲ ਉਸ ਨੂੰ ਕ੍ਰਾਸ ਚੈੱਕ ਕੀਤਾ ਹੀ ਨਹੀਂ ਕਿ ਉਸ ਸ਼ਬਦ ਦਾ ਮਕਸਦ ਕੀ। ਅਸੀਂ ਇੱਕ ਲਾਈਨ ਪੰਕਤੀ ਪੜ੍ਹ ਕੇ ਅਸੀਂ ਉਹਨੂੰ ਸਮਝ ਲਿਆ। ਸੋ ਜਦ ਤੱਕ ਅਸੀਂ ਗੁਰਬਾਣੀ ਦੇ ਫੰਡਾਮੈਂਟਲਸ ਦੇ ਨਾਲ, ਗੁਰਬਾਣੀ ਦੇ ਸਿਧਾਂਤਾਂ ਦੇ ਨਾਲ ਉਹਨੂੰ ਜਿਹੜੇ ਸਾਨੂੰ ਗੱਲ ਦੱਸੀ ਜਾ ਰਹੀ ਹੈ ਉਹਨੂੰ ਕ੍ਰਾਸ ਚੈੱਕ ਨਹੀਂ ਕਰਾਂਗੇ ਤੇ ਕਿਤੇ ਨਾ ਕਿਤੇ ਅਸੀਂ ਭੁਲੇਖਾ ਖਾਵਾਂਗੇ। ਉਸ ਦਾ ਕਾਰਨ ਇਹੀ ਹੈ ਕਿ ਅਸੀਂ ਗੁਰਬਾਣੀ ਆਪ ਪੜ੍ਹਨੀ ਛੱਡ ਦਿੱਤੀ। ਅਸੀਂ ਡਿਪੈਂਡੈਂਟ ਹੋ ਗਏ ਭਾਈ ਸਾਹਿਬਾਂ ਦੇ। ਉਹ ਆ ਕੇ ਸਾਡੇ ਘਰ ਅਖੰਡ ਪਾਠ ਕਰ ਜਾਣਗੇ, ਭਾਈ ਸਾਹਿਬ ਸ਼ਬਦ ਪੜ੍ਹ ਜਾਣਗੇ ਜਾਂ ਕੋਈ ਹੋਰ ਅਰਦਾਸ ਕਰ ਦੇਗਾ, ਅਸੀਂ ਮੁਕਤ ਹੋ ਗਏ। ਸਾਰਾ ਲਾਹਾ ਸਾਨੂੰ ਸਾਡੇ ਪਰਿਵਾਰ ਨੂੰ, ਸਾਡੇ ਘਰਦਿਆਂ ਨੂੰ ਮਿਲ ਜਾਏਗਾ। ਘਰ ਰੱਖਣਾ ਤੇ ਦੂਰ ਕੇ ਗਿਆ, ਕਿਤੇ ਹਜ਼ਾਰਾਂ ਕਿਲੋਮੀਟਰ ਦੂਰ ਕਿਤੇ ਗੁਰਦੁਆਰੇ, ਕਿਤੇ ਇਤਿਹਾਸਿਕ ਗੁਰਦੁਆਰੇ ਅਸੀਂ ਅਖੰਡ ਪਾਠ ਰੱਖਾਵਾਂਗੇ। ਉੱਥੋਂ ਈਮੇਲ ਦੇ ਰਾਹੀਂ ਸਾਨੂੰ ਹੁਕਮਨਾਮਾ ਪਹੁੰਚ ਜਾਏਗਾ, ਲਾਹਾ ਸਾਨੂੰ ਮਿਲ ਜਾਏਗਾ। ਪਤਾ ਨਹੀਂ ਕਿੰਨੇ ਕੀ ਕੀਤਾ, ਸਾਨੂੰ ਨਹੀਂ ਪਤਾ। ਅਸੀਂ ਇਸ ਤਰੀਕੇ ਦੇ ਨਾਲ ਸਾਨੂੰ ਡਿਪੈਂਡੈਂਸੀ ਕਰਾ ਦਿੱਤੀ ਗਈ। ਸਾਨੂੰ ਮਕਸਦ ਦੇ ਪਿੱਛੇ ਕੀ ਸੀ ਉਹ ਅਸੀਂ ਸਾਰੇ ਸਮਝ ਸਕਦੇ ਹਾਂ ਕੀ ਹੈ। ਕੇਵਲ ਕਮਰਸ਼ੀਅਲ ਇੰਟਰਸਟ ਹੈਗਾ, ਹੋਰ ਕੋਈ ਕੰਮ ਨਹੀਂ ਹੈਗਾ। ਸੋ ਅਸੀਂ ਜੋ ਗੱਲ ਮੈਂ ਜਿਸ ਡਾਇਰੈਕਸ਼ਨ ਵੱਲ ਅਸੀਂ ਜਾਣਾ ਚਾਹੁੰਦੇ ਹਾਂ ਕਿ ਜਦ ਤੱਕ ਅਸੀਂ ਗੁਰਬਾਣੀ ਦੇ ਜੋ ਕਨਸੈਪਟ ਚੱਲ ਰਿਹਾ ਉਸ ਕਨਸੈਪਟ ਦੇ ਨਾਲ ਅਸੀਂ ਉਹਨੂੰ ਰਿਲੇਟ ਕਰਕੇ ਨਹੀਂ ਸਮਝਾਂਗੇ, ਤਦ ਤੱਕ ਸਾਨੂੰ ਗੁਰਬਾਣੀ ਦੀ ਪੂਰੀ ਸੋਝੀ ਨਹੀਂ ਆ ਸਕਦੀ। ਸੋ ਸੁਖਮਨੀ ਸਾਹਿਬ ਦੀ ਬਾਣੀ ਜਦੋਂ ਅਸੀਂ ਸ਼ੁਰੂਆਤ ਕੀਤੀ, ਅਸੀਂ 2 ਮੀਟਿੰਗਸ ਅਸੀਂ ਕੇਵਲ ਤੇ ਕੇਵਲ ਰਹਾਓ ਪੰਕਤੀ ਦੇ ਅਸੀਂ ਲਗਾਈਆਂ ਸੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਨਾ, ਕਿ ਉਹ ਸੁਖਮਨੀ ਜੋ ਹੈ, ਸੁਖ ਕਿਸ ਤਰ੍ਹਾਂ ਕਿਹਨੂੰ ਕਹਿੰਦੇ ਨੇ, ਅੰਮ੍ਰਿਤ ਕਿਹਨੂੰ ਕਹਿੰਦੇ ਨੇ, ਨਾਮ ਕੀ ਹੁੰਦਾ ਹੈ, ਇਹ ਸਾਰੀ ਗੱਲਾਂ ਅਸੀਂ ਪਹਿਲੇ ਸਮਝ ਚੁੱਕੇ ਹਾਂ। ਔਰ ਇਸ ਅਸ਼ਪਦੀ ਦੇ ਵਿੱਚ ਵੀ ਅਸੀਂ ਸਮਝ ਚੁੱਕੇ ਹਾਂ ਕਿ ਅਸ਼ਪਦੀ ਦਾ ਜਿਹੜਾ ਸ਼ਲੋਕ ਹੈ
ਉਹ ਹੈ ਦੇਨਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ। ਦੇਨਹਾਰ ਭਾਵ ਉਹ ਰੱਬੀ ਗੁਣਾਂ ਦੀ ਗੱਲ ਚੱਲ ਰਹੀ ਹੈ, ਦੁਨਿਆਵੀ ਚੀਜ਼ਾਂ ਦੀ ਗੱਲ ਨਹੀਂ ਚੱਲ ਰਹੀ, ਕਿਉਂਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਦੀ ਗੱਲ ਰਹਾਉ ਤੋਂ ਚੱਲਦੀ ਹੈ। ਸੋ ਅੱਜ ਦੀ ਜਿਹੜਾ ਪਦਾ ਹੈਗਾ, ਅੱਜ ਦੇ ਪਦੇ ਦੇ ਵੀ ਅਰਥ ਜਿਹੜੇ ਸਾਨੂੰ ਦੱਸੇਗੇ, 10 ਵਸਤੂ ਲੈ ਪਾਛੇ ਪਾਵੇ, ਇੱਕ ਵਸਤ ਕਾਰਨ ਵਿਖੋੜ ਗਵਾਵੇ, ਕਿ 10 ਚੀਜ਼ਾਂ ਜਿਹੜੀਆਂ ਹੈ ਉਹ ਮਿਲ ਜਾਂਦੀਆਂ ਇਨਸਾਨ ਨੂੰ, 10 ਚੀਜ਼ਾਂ ਲੈ ਕੇ ਆਪਣੇ ਪਿੱਛੇ ਰੱਖ ਲੈਂਦਾ ਹੈ। ਜਿਹੜੀ ਜੇ ਇੱਕ ਚੀਜ਼ ਨਾ ਮਿਲੇ ਤੇ ਉਹ ਜਿਹੜਾ ਹੈ ਉਹ ਰੋਸਾ ਪਾ ਕੇ ਪੈ ਜਾਂਦਾ ਹੈ। ਅੱਗੇ ਕਹਿੰਦੇ ਨੇ ਇੱਕ ਵੀ ਨਾ ਦੇ 10 ਵੀ ਹਿਰਲੇ। ਜੇ ਤੈਨੂੰ ਰੱਬ ਇੱਕ ਵੀ ਨਾ ਦਵੇ ਤੇ ਜਿਹੜੀਆਂ ਤੇਰੇ ਕੋਲ 10 ਹੈਗੀਆਂ ਉਹ ਵੀ ਤੇਰੇ ਕੋਲ ਖੋਹ ਲਵੇ, ਫਿਰ ਤੂੰ ਕੀ ਕਰੇਗਾ? ਦੱਸ। ਹੁਣ ਜਦੋਂ ਇਸ ਤਰੀਕੇ ਦੇ ਅਰਥ ਕੀਤੇ ਜਾਂਦੇ ਨਾ, ਤੇ ਫਿਰ ਅੱਗੇ ਦੱਸਿਆ ਜਿਸ ਠਾਕੁਰ ਸੇ ਉਹ ਨਾਹੀ ਚਾਰਾ ਤਾਂ ਕੋ ਕੀਜੇ। ਜਿਹੜੇ ਠਾਕੁਰ, ਜਿਹੜੇ ਰੱਬ ਦੇ ਅੱਗੇ ਕੋਈ ਚਾਰਾ ਨਹੀਂ ਹੈ ਨਾ, ਤੇਰਾ ਡਾਢਾ ਰੱਬ ਹੈ, 10 ਵੀ ਖੋਹ ਲੈਂਦਾ ਹੈ, ਤੇ ਉਹਦੇ ਕੋਲ ਹਮੇਸ਼ਾ ਡਰ ਕੇ ਰਿਹਾ ਕਰ, ਉਹਦੇ ਖੌਫ ਦੇ ਵਿੱਚ ਰਹਿ। ਪਤਾ ਨਹੀਂ ਕਿਹੜੇ ਵੇਲੇ ਤੇਰੇ ਕੋਲ ਜਿਹੜਾ ਕੋਈ ਸਮਾਨ ਹੈਗਾ ਨਾ, ਜਿਹੜੇ ਤੇਰੇ ਘਰ ਬਾਹਰ ਤੇਰੇ ਕੋਲ ਕੋਈ ਪਦਾਰਥ ਹੈਗੇ ਨੇ, ਕੋਈ ਸੋਨਾ ਚਾਂਦੀ, ਮਕਾਨ, ਪੈਸਾ, ਗੱਡੀ, ਇਹ ਸਾਰਾ ਜਿਹੜਾ ਸਮਾਨ ਤੇਰੇ ਕੋਲ ਪਦਾਰਥ ਪਏ ਨੇ, ਪਤਾ ਨਹੀਂ ਕਿਹੜੇ ਵੇਲੇ ਤੇਰੇ ਕੋਲ ਇਹ ਵੀ ਖੋ ਕੇ ਲੈ ਜਾਏ, ਤੇ ਜਿਹੜਾ ਤੂੰ ਇੱਕ ਤੂੰ ਮੰਗਦਾ ਪਿਆ ਉਹ ਵੀ ਤੈਨੂੰ ਨਾ ਦੇ। ਇਸ ਕਰਕੇ ਉਹਦੇ ਹਮੇਸ਼ਾ ਉਹਦੇ ਕੋਲ ਜਿਸ ਠਾਕੁਰ ਸੇ ਨਾ ਹੀ ਚਾਰਾ ਤਾਂ ਕੋ ਕੀਜੇ, ਹਮੇਸ਼ਾ ਉਹਦੇ ਨਾਲ ਅੱਗੇ ਨਮਸਕਾਰ ਕਰ, ਉਹਦੇ ਕੋਲ ਡਰ ਕੇ ਰਹਿ, ਉਹਦੇ ਕੋਲ ਘਬਰਾ ਕੇ ਰਹਿ, ਉਹਦੇ ਅੱਗੇ ਹਮੇਸ਼ਾ ਹੱਥ ਜੋੜ ਕੇ ਰਿਹਾ ਕਰ। ਜਦੋਂ ਇਸ ਤਰ੍ਹਾਂ ਦੇ ਅਰਥ ਕੀਤੇ ਜਾਂਦੇ ਨੇ, ਤੇ ਅਸੀਂ ਉਹੀ ਅਰਥ ਕੀਤੇ ਨੇ ਜੋ ਸਾਡਾ ਦੁਨਿਆਵੀ ਸਾਡਾ ਵਰਤਾਰਾ ਹੈ। ਆਮ ਤੌਰ ਤੇ ਸਾਡੇ ਘਰਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਕਿ ਚੀਜ਼ਾਂ ਲੈ ਕੇ ਦਿੱਤੀਆਂ ਬੱਚੇ ਨੂੰ ਮਾਪਿਓ ਨੇ, ਇਹ ਚੀਜ਼ਾਂ ਲਈਆਂ, 2-4 ਚੀਜ਼ਾਂ ਲਈਆਂ, ਟੌਏ ਲੈ ਕੇ ਦਿੱਤਾ ਜਾਂ ਹੋਰ ਉਹਨੂੰ ਕੋਈ ਚੀਜ਼ਾਂ ਦਿੱਤੀਆਂ, ਤੇ ਫਿਰ ਨਾਲ ਉਹ ਇਹ ਕਹਿੰਦੇ ਨੇ ਕਿ ਸਾਡੀ ਗੱਲ ਮੰਨ, ਜੋ ਅਸੀਂ ਕਵਾਂਗੇ ਤੈਨੂੰ ਮੰਨਣਾ ਪਏਗਾ, ਅਸੀਂ ਜੇ ਨਹੀਂ ਮੰਨੇਗਾ ਤੇ ਇਹ ਟੌਏ ਖੋਲਾਂਗੇ ਤੇਰੇ ਕੋਲੋਂ। ਡਰਾਵਾ ਦਿੱਤਾ ਜਾਂਦਾ। ਉਹ ਬੱਚਾ ਉਹ ਡਰ ਦੇ ਨਾਲ ਜਿਹੜਾ ਹੈ ਉਹ ਹਮੇਸ਼ਾ ਉਹਦੀ ਉਹਨਾਂ ਦੇ ਕਹੇ ਤੇ ਚੱਲਦਾ। ਜੋ ਤੈਨੂੰ ਦਿੱਤਾ ਹੋਇਆ ਨਾ ਸਹੂਲਤਾਂ ਜਾਂ ਜੋ ਵੀ ਤੈਨੂੰ ਅੱਜ ਤੱਕ ਦਿੱਤਾ ਹੈ ਉਹ ਸਾਰਾ ਤੇਰੇ ਕੋਲ ਖੋਹ ਲਵਾਂਗੇ। ਇਹ ਸਾਡੇ ਆਮ ਘਰਾਂ ਦੇ ਵਿੱਚ ਇਹ ਚੱਲਦਾ। ਅਸੀਂ ਉਹੀ ਸਾਡੀ ਜਿਹੜੀ ਪ੍ਰੈਕਟਿਸ ਹੈ ਉਹ ਧਰਮ ਦੀ ਦੁਨੀਆ ਦੇ ਵਿੱਚ ਲੈ ਆਏ। ਉਸ ਅਕਾਲ ਪੁਰਖ ਨਾਲ ਵੀ ਉਹੀ ਜਿਹੜਾ ਸ਼ੁਰੂ ਕਰ ਦਿੱਤੀ ਗੱਲ ਕਿ ਰੱਬ ਵੀ ਇਸ ਤਰ੍ਹਾਂ ਹੀ ਕਰਦਾ ਹੋਏਗਾ। ਸੋ ਰੱਬ ਨੂੰ ਬੜਾ ਜਿਹੜਾ ਹੈ ਉਹ ਇੱਕ ਡਰਾਵਣਾ, ਇੱਕ ਖੌਫਨਾਕ, ਇੱਕ ਖਤਰਨਾਕ ਔਰ ਬੜਾ ਕਰੂਅਲ ਕਰਕੇ ਪੇਸ਼ ਕੀਤਾ ਗਿਆ ਕਿ ਇਸ ਤਰ੍ਹਾਂ ਕਰਦਾ ਹੈ। ਗੁਰਬਾਣੀ ਦਾ ਕੋਈ ਵੀ ਸਿਧਾਂਤ ਜਿਹੜਾ ਨਾ ਉਹ ਰੱਬ ਤੋਂ ਇਸ ਤਰ੍ਹਾਂ ਦਾ ਡਰਨਾ ਨਹੀਂ ਸਿਖਾਉਂਦੀ। ਉਹਦੇ ਭਾਵ ਦੇ ਵਿੱਚ, ਨਿਰਮਲ ਭਾਵ ਦੇ ਵਿੱਚ ਰਹਿਣਾ ਸਿਖਾਉਂਦੀ ਹੈ, ਨਾ ਕਿ ਉਸ ਤੋਂ ਡਰ ਕੇ। ਨਿਰਭਉ ਦਾ ਸਿਧਾਂਤ ਹੈ ਨਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ, ਉਹ ਅਕਾਲ ਪੁਰਖ ਆਪ ਹੀ ਨਿਰਭਉ ਹੈ, ਤੇ ਸਾਨੂੰ ਵੀ ਨਿਰਭਉ ਹੋਣ ਦਾ ਜਿਹੜਾ ਹੈ ਉਹ ਗੁਣ ਦਿੱਤਾ ਜਾਂਦਾ ਹੈ ਕਿ ਤੁਸੀਂ ਵੀ ਨਿਰਭਉ ਹੋਣਾ ਹੈ। ਤੇ ਜੇ ਇਸ ਤਰ੍ਹਾਂ ਦੇ ਡਰ ਸਾਨੂੰ ਪਾਏ ਗਏ ਤੇ ਫਿਰ ਇਨਸਾਨ ਨਿਰਭਉ ਕਿਸ ਤਰ੍ਹਾਂ ਹੋ ਸਕਦਾ। ਸੋ ਕਿਤੇ ਵੀ ਗੁਰਬਾਣੀ ਦਾ ਸਿਧਾਂਤ ਜਿਹੜਾ ਹੈ ਨਾ ਸਾਨੂੰ ਉਸ ਅਕਾਲ ਪੁਰਖ ਦੇ ਨਾਲ ਪ੍ਰੀਤ ਕਰਨੀ ਸਿਖਾਈ ਹੈ, ਪ੍ਰੇਮ ਕਰਨਾ ਸਿਖਾਇਆ, ਨਾ ਕਿ ਇਸ ਤਰੀਕੇ ਦੇ ਨਾਲ ਡਰਨਾ। ਉਹਦੇ ਨਾਲ ਨੇੜਤਾ ਮਹਿਸੂਸ ਕਰਨੀ ਸਿਖਾਈ ਹੈ। ਛੋਟਾ ਜਿਹਾ ਐਗਜ਼ਾਮਪਲ ਅਸੀਂ ਲਈਏ ਕਿ ਜਿਸ ਤਰ੍ਹਾਂ ਦੇ ਰੱਬ ਬਣਾ ਕੇ ਪੇਸ਼ ਕੀਤੇ ਗਏ ਨਾ, ਜੇ ਮੰਨ ਲਓ ਕੋਈ ਵੱਡਾ ਨਾਗ ਹੋਏ, ਕੋਈ ਜੇ ਹੁੰਦਾ ਨਾ ਸੱਪ ਹੁੰਦਾ ਵੱਡਾ ਸਾਰਾ, ਤੇ ਕਿਸੇ ਬੱਚੇ ਨੂੰ ਇਹ ਕਹੋ ਕਿ ਇਹ ਨਾਗ ਜਿਹੜਾ ਨਾ ਇਹਦੇ ਅੱਗੇ ਤੂੰ ਮੱਥਾ ਟੇਕ। ਜੇ ਤੂੰ ਮੱਥਾ ਨਾ ਟੇਕਿਆ ਤੇ ਇਹ ਨਾਗ ਤੈਨੂੰ ਖਤਮ ਕਰ ਦੇਗਾ, ਤੈਨੂੰ ਨਿਗਲ ਜਾਏਗਾ, ਤੈਨੂੰ ਡਸ ਲੇਗਾ। ਹੁਣ ਉਹ ਬੱਚਾ ਜਿਹੜਾ ਹੈਗਾ ਉਸ ਗੱਲ ਦੇ ਡਰ ਦੇ ਕਾਰਨ ਉਸ ਨਾਗ ਦੇ ਅੱਗੇ ਸਿਰ ਵੀ ਝੁਕਾਏਗਾ, ਉਹਦੇ ਅੱਗੇ ਮੱਥਾ ਵੀ ਟੇਕੇਗਾ, ਉਹਨੂੰ ਪੈਸਾ ਵੀ ਚੜਾਏਗਾ, ਸਭ ਕੁਝ ਕਰੇਗਾ, ਲੇਕਿਨ ਉਸ ਬੱਚੇ ਦਾ ਉਸ ਸੱਪ ਦੇ ਨਾਲ, ਉਸ ਨਾਗ ਦੇ ਨਾਲ ਕਦੀ ਵੀ ਪਿਆਰ ਨਹੀਂ ਪੈ ਸਕਦਾ। ਡਰ ਕੇ ਤੇ ਉਹਦੇ ਅੱਗੇ ਜ਼ਰੂਰ ਸਿਰ ਝੁਕਾ ਦੇ, ਲੇਕਿਨ ਉਹਦੇ ਨਾਲ ਪ੍ਰੇਮ ਪਿਆਰ ਜਿਹੜੀ ਹੈ ਨਾ ਉਹ ਕਦੀ ਵੀ ਪੈਦਾ ਨਹੀਂ ਹੋ ਸਕਦਾ। ਆਪਣੇ ਘਰਾਂ ਦਾ ਵੀ ਐਗਜ਼ਾਮਪਲ ਲੈ ਲਈਏ,
ਜੇ ਘਰ ਦਾ ਕੋਈ ਵੱਡਾ ਬਜ਼ੁਰਗ ਹੈ ਨਾ, ਜੇ ਉਹ ਆਪਣਾ ਘਰ ਦੇ ਉੱਤੇ ਬੜਾ ਰੋਹਬ ਰੱਖਦਾ ਹੈ, ਕਈ ਆਪਣੇ ਆਮ ਘਰਾਂ ਦੇ ਵਿੱਚ ਦੇਖਿਆ ਹੋਏਗਾ ਕਿ ਪਾਪਾ ਜੀ ਆਉਂਦੇ ਨੇ ਤੇ ਬਸ ਉਹ ਦੂਰੋਂ ਹੀ ਡੰਡਾ ਖੜਕਾਉਂਦੇ ਨੇ, ਜਾਂ ਉਹਨਾਂ ਦੇ ਆਉਣ ਦਾ ਜਿਹੜੀ ਆਹਟ ਹੀ ਹੈ ਨਾ, ਉਹ ਘਰਦਿਆਂ ਨੂੰ ਡਰਾ ਦਿੰਦੀ ਹੈ। ਉਹ ਪਾਪਾ ਜੀ ਵੀ ਆਪਣਾ ਪੂਰਾ ਰੋਹਬ ਰੱਖਦੇ ਨੇ ਘਰ ਦੇ ਵਿੱਚ, ਵੱਡੇ ਕਈ ਹੁੰਦੇ ਨੇ ਬਜ਼ੁਰਗ ਕਿ ਉਹ ਘਰ ਦੇ ਵਿੱਚ ਪੂਰਾ ਰੋਹਬ ਰੱਖਦੇ ਨੇ ਕਿ ਮੇਰੇ ਕੋਲ ਡਰ ਕੇ ਖੌਫ ਕਰੇ, ਇੱਕ ਨੂੰ ਡਾਂਟ, ਦੂਜੇ ਨੂੰ ਡਾਂਟ, ਉਹਨੂੰ ਕੁਝ ਕਹਿ। ਤੇ ਉਸ ਮੇਰੇ ਨੂੰ ਟਾਈਮ ਸਿਰ ਰੋਟੀ ਮਿਲਣੀ ਚਾਹੀਦੀ ਹੈ, ਮੇਰੇ ਕੱਪੜੇ ਸਹੀ ਹੋਣੇ ਚਾਹੀਦੇ ਨੇ, ਪ੍ਰੈਸ ਹੋਣੇ ਚਾਹੀਦੇ ਨੇ, ਇਹ ਉਹ ਪੂਰਾ ਰੋਹਬ ਪਾ ਕੇ ਰੱਖਦੇ ਨੇ। ਹੁਣ ਉਸ ਰੋਹਬ ਦੇ ਕਾਰਨ, ਸਮਾਜ ਦੇ ਡਰ ਦੇ ਕਾਰਨ, ਜਾਂ ਉਹਨਾਂ ਦੇ ਕਿਸੇ ਹੋਰ ਲਾਲਚ ਦੇ ਕਾਰਨ, ਕਿਸੇ ਵੀ ਕਾਰਨ ਉਹ ਅੱਗੇ ਉਹਨਾਂ ਦੇ ਅੱਗੇ ਝੁਕ ਤੇ ਸਕਦੇ ਨੇ। ਕਈ ਉਹਨਾਂ ਨੂੰ ਟਾਈਮ ਸਿਰ ਰੋਟੀ ਵੀ ਦੇ ਦੇਣਗੇ, ਉਹਨਾਂ ਕੋਲ ਡਰ ਕੇ ਵੀ ਰਹਿਣਗੇ, ਉਹਨਾਂ ਕੋਲ ਉਹਨਾਂ ਦੇ ਕੱਪੜੇ ਵੀ ਪ੍ਰੈਸ ਕਰਕੇ ਦੇਣਗੇ, ਸਾਰੀ ਸੇਵਾਵਾਂ ਕਰਨਗੇ, ਪਰ ਉਹਨਾਂ ਦੇ ਨਾਲ ਕਦੀ ਉਹਨਾਂ ਦਾ ਪਿਆਰ ਨਹੀਂ ਪੈ ਸਕਦਾ। ਕਦੀ ਉਹਨਾਂ ਦੇ ਨਾਲ ਪ੍ਰੀਤ ਪਿਆਰ ਵਾਲੀ ਗੱਲ, ਉਹ ਜਜ਼ਬਾ ਨਹੀਂ ਪੈਦਾ ਹੋਏਗਾ। ਹਾਂ, ਇੱਕ ਖੌਫ ਜ਼ਰੂਰ ਹੋਏਗਾ, ਉਹ ਖੌਫ ਦੇ ਨਾਲ ਉਹ ਕੰਮ। ਠੀਕ ਇਸੇ ਤਰ੍ਹਾਂ ਜਿਹੜੇ ਦੇਵੀ ਦੇਵਤੇ ਖੌਫਨਾਕ ਭਿਆਨਕ ਸ਼ਕਲ ਵਾਲੇ ਸਾਡੇ ਅੱਗੇ ਪੇਸ਼ ਕੀਤੇ ਗਏ ਨਾ, ਉਹ ਸਿਰਫ ਉਹਦਾ ਮਕਸਦ ਇਹੀ ਸੀ ਕਿ ਇਹ ਜਿਹੜੇ ਖੌਫਨਾਕ ਸ਼ਕਲਾਂ ਜਿਹੜੀਆਂ, ਜਿਨ੍ਹਾਂ ਦੇ ਅੱਗੇ ਪਿੱਛੇ ਸੱਪ ਘੁੰਮਦੇ ਨੇ, ਜਾਂ 10-10 ਹੱਥ ਨੇ, ਜਾਂ ਜੀਭਾਂ ਬਾਹਰ ਨਿਕਲੀਆਂ, ਜਾਂ ਹੱਥ ਦੇ ਵਿੱਚ ਕੋਈ ਹੱਡੀਆਂ ਪਕੜੀਆਂ, ਜਾਂ ਕੱਟੇ ਸਿਰ, ਇਸ ਤਰ੍ਹਾਂ ਦੇ ਖੌਫਨਾਕ ਜਿਹੜੇ ਉਹ ਦੇਵੀ ਦੇਵਤੇ ਸਾਡੇ ਅੱਗੇ ਪੇਸ਼ ਕੀਤੇ ਗਏ ਨਾ, ਉਹ ਪੇਸ਼ ਕਰਨ ਦਾ ਮਕਸਦ ਇਹੀ ਸੀ ਕਿ ਇਹਨਾਂ ਕੋਲੋਂ ਡਰ ਕੇ ਰਹੋ, ਇਹਨਾਂ ਦੇ ਡਰ ਕੇ ਇਹਨਾਂ ਦੇ ਅੱਗੇ ਝੁਕੋ। ਲੇਕਿਨ ਕਦੀ ਸੋਚੋ ਕਿ ਜੇ ਉਸ ਸ਼ਕਲ ਵਾਲਾ ਦੇਵੀ ਦੇਵਤਾ ਜੋ ਦਿਖਾਇਆ ਗਿਆ, ਜਿਹਦੇ ਹੱਥ ਦੇ ਵਿੱਚ ਖੂਨ ਵਾਲੇ ਸਿਰ ਹੈਗੇ ਨੇ, ਜਾਂ ਹੱਡੀਆਂ, ਜਾਂ ਗਲੇ ਛੜੀਆਂ ਪਾਈਆਂ ਹੋਈਆਂ, ਜਾਂ 10-10 ਹੱਥ ਨੇ, ਜੇ ਉਹ ਐਕਚੁਅਲ ਰੂਪ ਦੇ ਜੋ ਸਾਹਮਣੇ ਆ ਜਾਏ, ਫਿਰ ਕੀ ਹੋਏਗਾ? ਕੋਈ ਉਹਦੇ ਕੋਲ ਖਲੋ ਸਕਦਾ 1 ਮਿੰਟ ਵੀ? ਉਹਦੇ ਨਾਲ, ਉਹਦੇ ਕੋਲ ਡਰ ਕੇ ਉਹਦੇ ਅੱਗੇ ਝੁਕ ਦੇ ਸਕਦੇ, ਲੇਕਿਨ ਉਹਦੇ ਨਾਲ ਪਿਆਰ ਨਹੀਂ ਪੈ ਸਕਦਾ। ਸੋ ਇਸੇ ਤਰ੍ਹਾਂ ਇੱਥੇ ਅਸੀਂ ਅੱਜ ਜਦੋਂ ਅਸੀਂ ਸਮਝਦੇ ਹਾਂ ਕਿ ਰੱਬ ਨੂੰ ਇਸ ਤਰ੍ਹਾਂ ਕਰਕੇ ਪੇਸ਼ ਕੀਤਾ ਗਿਆ ਕਿ ਉਹਦੇ ਕੋਲ ਡਰ ਕੇ ਰਹਿ, ਨਹੀਂ ਤੇ ਉਹ 10 ਵਸਤੂਆਂ ਤੂੰ ਦਿੱਤੀਆਂ ਹੋਈਆਂ ਨਾ ਜਿਹੜੀਆਂ, ਉਹ ਵੀ ਤੇਰੇ ਕੋਲ ਖੋਲੇਗਾ। 10 ਵਸਤੂ ਲੈ ਪਾਛੇ ਪਾਵੇ, ਤੂੰ 10 ਵਸਤੂਆਂ ਲੈ ਕੇ ਜਿਹੜੀ ਪਿੱਛੇ ਪਾਈ ਰੱਖੀਆਂ ਹੋਈਆਂ ਨਾ, ਜੇ ਇੱਕ ਵਸਤੂ ਦੇ ਕਿਤੇ ਨਹੀਂ ਮਿਲੀ, ਜੇ ਤੂੰ ਉਹਦੇ ਨਾਲ ਕੋਈ ਔਖਾ ਹੋਇਆ ਰੱਬ ਦੇ ਨਾਲ, एक बस कारण रिकॉर्ड गावे, एक भी ना दे 10 भी ले, जे तेरे को वो भी खोल लवे। सो इस तरीके दे ਜਿਹੜੇ अर्थ ने ना, ਉਹ ਗੁਰਬਾਣੀ ਦੇ ਸਿਧਾਂਤ ਦੇ ਨਾਲ ਕਿਤੇ ਕੰਟਰਾਡਿਕਟ ਕਰਦੇ ਨੇ, ਸਾਨੂੰ ਇਹਨਾਂ ਨੂੰ ਸਮਝਣਾ ਚਾਹੀਦਾ। ਸੋ ਅਸੀਂ ਇਸ ਜਿਹੜਾ ਰਹਾਉ ਦਾ ਜਿਹੜਾ ਸ਼ਲੋਕ ਹੈਗਾ, ਸ਼ਲੋਕ ਦੇ ਨੂੰ ਰਿਲੇਟ ਕਰਕੇ ਜਦੋਂ ਅਸੀਂ ਪੜਾਂਗੇ ਨਾ, ਦੇਨਹਾਰ ਪ੍ਰਭ ਛੋੜ ਕੇ ਲਾਗੇ ਆਨ ਸੋਏ, ਉਹ ਜਿਹੜਾ ਦੇਨਹਾਰ ਪ੍ਰਭੂ ਹੈ, ਉਹਨੂੰ ਛੱਡ ਕੇ ਕਿਸੇ ਹੋਰ ਸਵਾਦ, ਕਿਸੇ ਹੋਰ ਸਵਾਰਥ ਦੇ ਵਿੱਚ ਲੱਗ ਗਿਆ। ਹੁਣ 10 ਵਸਤੂ ਕੀ ਹੈ? 10 ਵਸਤੂ ਜਿਹੜੀ ਹੈ ਨਾ, ਭਾਈ ਕਾਨ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਵਿੱਚ 10 ਵਸਤੂ ਦਾ ਜ਼ਿਕਰ ਕਰਦੇ ਨੇ। 10 ਵਸਤੂ ਜਿਹੜਾ ਹੈ ਉਹ ਚਲੋ ਕਿਸੇ ਪੁਰਾਣੇ ਗ੍ਰੰਥਾਂ ਦੇ ਹਿਸਾਬ ਨਾਲ ਜਿਹੜੀਆਂ ਬਣੀਆਂ ਹੋਈਆਂ, ਉਹ ਤਪ, ਧਰਮ, ਸਤ, ਸਮ, ਦਮ, ਧੀਰੇਵੰਤ, ਸਹਿਨਸ਼ੀਲ, ਦਾਨ, ਮਤਸਰ ਔਰ ਰਹਿਤ, ਇਹ 10 ਚੀਜ਼ਾਂ ਜਿਹੜੀਆਂ ਇਹ ਭਾਈ ਕਾਨ ਸਿੰਘ ਜੀ ਨਾਭਾ ਨੇ ਲਿਖੀਆਂ ਹੋਈਆਂ। ਇਹ 10 ਵਸਤੂਆਂ ਜਿਹੜੀਆਂ ਇਹ ਉਹ ਵਸਤੂਆਂ ਜਿਹੜੀਆਂ ਕਿ ਇਨਸਾਨ ਜਿਹੜਾ ਹੈ ਉਹ ਆਪਣੇ ਨਾਲ ਸਹਿਨਸ਼ੀਲਤਾ ਔਰ ਧਰਮ, ਸਤ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਧੀਰਜ, ਇਹ ਸਾਰੀਆਂ ਚੀਜ਼ਾਂ ਇਨਸਾਨ ਆਪਣੇ ਨਾਲ ਲੈ ਕੇ ਆਉਂਦਾ ਬੱਚਾ ਜਦੋਂ ਪੈਦਾ ਹੁੰਦਾ। ਲੇਕਿਨ ਕਹਿੰਦੇ 10 ਵਸਤੂ ਲੈ ਪਾਛੇ ਪਾਵੇ, 10 ਚੀਜ਼ਾਂ ਤੇ ਮਿਲ ਗਈਆਂ, ਲੇਕਿਨ ਇੱਕ ਚੀਜ਼ ਜਿਹੜੀ ਦੇਣੀ ਸੀ, ਜਿਹੜੀ ਇੱਕ ਵਸਤੂ ਸੀ, ਉਹ ਸੀ ਉਸ ਇਹ ਚੀਜ਼ਾਂ ਲੈ ਕੇ ਉਹ ਇੱਕ ਵਸਤੂ ਜਿਹੜੀ ਸੀ ਉਹ ਪ੍ਰਭ ਦਾ ਨਾਮ ਭਾਵ ਪ੍ਰਭ ਦਾ ਨਿਯਮ, ਉਸ ਨਿਯਮ ਦੇ ਵਿੱਚ ਚੱਲਣਾ ਸੀ। ਇੱਕ ਵਸਤੂ ਉਹ ਹੈ। एक वस्त कारण बिखोट गवावा, ਉਹ ਇੱਕ ਵਸਤੂ ਜਿਹੜੀ ਨਹੀਂ ਲਈ ਭਾਵ ਉਹ ਪ੍ਰਭ, ਉਹ ਅਕਾਲ ਪੁਰਖ, ਉਹਦਾ ਨਿਯਮ, ਉਹਦਾ ਹੁਕਮ ਜਿਹੜਾ ਨਹੀਂ ਲਿਆ ਨਾ, ਇੱਕ ਵਸਤ ਕਾਰਨ ਬਿਖੋਟ ਗਵਾਵਾ। ਬਿਖੋਟ ਹੁੰਦਾ, ਹੁਣ ਦੇਖੋ ਬਿਖੋਟ ਦੇ ਅਰਥ ਨਹੀਂ ਕਿਤੇ ਕੀਤੇ ਉਸ ਢੰਗ ਦੇ ਨਾਲ। ਇੱਕ ਹੁੰਦਾ ਖੋਟ, ਖੋਟ ਤੇ ਹੁੰਦਾ ਖੋਟਾ, ਵੀ ਲੱਗ ਜਾਂਦਾ ਜਦੋਂ, ਜਿਸ ਤਰ੍ਹਾਂ ਕੋਈ ਵਰਡ ਅਗੇਤਰ ਪਿਛੇਤਰ ਦਾ ਅਸੀਂ ਸਮਝਦੇ ਹਾਂ ਨਾ ਕਿ ਕਿਸ ਤਰ੍ਹਾਂ ਉਹਦੇ ਵੀ ਲੱਗ ਜਾਂਦਾ ਤੇ ਉਹਦੇ ਅਰਥ ਬਦਲ ਜਾਂਦੇ, ਉਹਦੇ ਉਲਟਾ ਹੋ ਜਾਂਦਾ ਅਰਥ। ਸੋ ਖੋਟ ਦਾ ਜਿਹੜਾ
ਅਪੋਜ਼ਿਟ ਜਿਹੜਾ ਨਾ ਉਹ ਬਿਖੋਟ ਬਣ ਜਾਂਦਾ, ਬਿਨਾਂ ਖੋਟ ਦੇ। ਇੱਕ ਵਸਤ ਕਾਰਨ, ਜੇ ਇੱਕ ਵਸਤ ਜਿਹੜੀ ਤੂੰ ਨਹੀਂ ਲਈ, ਇੱਕ ਵਸਤ ਕਾਰਨ ਬਿਖੋਟ ਗਵਾਵਾ। ਉਹ ਜਿਹੜਾ ਬਿਖੋਟ ਸੀ ਨਾ ਤੈਨੂੰ ਮਿਲਿਆ ਹੋਇਆ ਸੀ, ਜਿਹੜਾ ਸਾਰਾ ਧਨ ਦੌਲਤ ਤੈਨੂੰ ਮਿਲੀ ਹੋਈ ਸੀ, ਬਿਖੋਟ ਸੀ, ਉਹ ਖੋਟ ਤੋਂ ਰਹਿਤ ਸੀ, ਉਹ ਗਵਾ ਦਿੰਦਾ। ਸਾਰੀ ਸਹਿਨਸ਼ੀਲਤਾ, ਧਰਮ, ਦਾਨ, ਰਹਿਤ, ਧਰਮ, ਸੱਤ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਿਖੋਟ ਗਵਾਵਾ, ਉਹ ਬਿਖੋਟ ਜਿਹੜਾ ਸੀ ਨਾ ਉਹ ਗਵਾ ਦਿੰਦਾ। ਇਹ ਇੱਕ ਵਸਤ ਉਹੀ ਹੈ ਜਿਹਨੂੰ ਅਸੀਂ ਗੁਰਬਾਣੀ ਵਿੱਚ ਕਈ ਜਗ੍ਹਾ ਪੜ੍ਹਦੇ ਹਾਂ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾ। ਇਹ ਉਹ ਏਕ ਵਸਤ ਹੈ। ਸੋ ਏਕ ਵਸਤ ਹੋ ਗਿਆ ਉਹ ਪ੍ਰਭੂ ਦਾ ਨਿਯਮ। ਇੱਕ ਜਗ੍ਹਾ ਕਬੀਰ ਸਾਹਿਬ ਦਾ ਸ਼ਬਦ ਅਸੀਂ ਪੜ੍ਹਦੇ ਹਾਂ, ਕਿਆ ਪੜੀ ਹੈ ਕਿਆ ਗੁਣੀ ਹੈ, ਉਹ ਬੜੀ ਜਗ੍ਹਾ ਜਿਹੜਾ ਸਾਨੂੰ ਜਿਹੜਾ ਜ਼ਿਕਰ ਮਿਲਦਾ ਹੈ ਗੁਰਬਾਣੀ ਦੇ ਵਿੱਚ। ਸੁਖਮਨੀ ਸਾਹਿਬ ਦੇ ਵਿੱਚ ਵੀ ਅੱਗੇ ਜਾ ਕੇ ਸਾਨੂੰ ਸ਼ਾਇਦ 12ਵੀਂ ਅਸ਼ਟਪਦੀ ਹੋਏਗੀ, ਉਹਦੇ ਵਿੱਚ ਵੀ ਗੁਰੂ ਸਾਹਿਬ ਕਲੀਅਰ ਕਰਦੇ ਨੇ, ਏਕ ਵਸਤ ਦੀਜੇ ਕਰ ਮੇਰਾ, ਗੁਰ ਪ੍ਰਸਾਦ ਨਾਮ ਜਪ ਲਿਆ, ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਹਾ ਸਰਬ ਸਮਾਏ। ਉਹ ਏਕ ਵਸਤ ਜਿਹੜਾ ਸਰਬ ਸਮਾਇਆ ਹੈ, ਜੇ ਉਹ ਇੱਕ ਵਸਤ ਨਹੀਂ ਲਈ, ਇੱਕ ਵਸਤ ਬੂਝੇ ਤਾਂ ਹੋਵੇ ਪਾਕ, ਉਹ ਨਹੀਂ ਬੁਝਿਆ, ਇੱਕ ਵੀ ਨਾ ਦੇ, ਜੇ ਇੱਕ ਵੀ ਨਹੀਂ, ਉਹ ਇੱਕ ਵਸਤੂ ਨਹੀਂ ਦਿੱਤੀ, 10 ਵੀ ਹਿਰ ਲੈ, ਉਹ 10 ਜਿਹੜੀਆਂ ਮਿਲੀਆਂ ਸੀ ਨਾ ਉਹ ਵੀ ਹਿਰੀਆਂ ਜਾਂਦੀਆਂ, ਭਾਵ ਉਹ ਵੀ ਖੋਈਆਂ ਜਾਂਦੀਆਂ। 10 ਵੀ ਹਿਰ ਲੈ ਤਾਂ ਮੂੜਾ ਕੋ ਖਾਂ ਕਰੇ। ਹੁਣ ਇਹ ਮੂੜਾ ਜਿਹੜਾ ਹੈਗਾ ਉਹ ਕੀ ਕਰੇਗਾ, ਜਿਹਦਾ ਸ਼ਲੋਕ ਦੇ ਵਿੱਚ ਜ਼ਿਕਰ ਕੀਤਾ, ਨਾਨਕ ਕਹੂ ਨਾ ਸੀ ਜਾਈ ਬਿਨ ਨਾਮੇ ਪਤ ਜਾਏ। ਇਸ ਤਰ੍ਹਾਂ ਕਾਮਯਾਬੀ ਨਹੀਂ ਮਿਲਦੀ। एक भी ना दे 10 भी हिले तो मुड़ा को कागर, जिस ठाकुर से नाही चारा ताको कीजे सद नमस्कारा। जिस ठाकुर से नाही चारा, चारा हुंदा है आचार विहार, मेल मेल मिलाप, मिलवर्तन जिन्हों कहते हैं आचार विहार, मेरा उहदे नाल बड़ा आचार विहार है मेरा। जिस ठाकुर से नाही चारा, जिहदे नाल तेरा आचार विहार, तेरा मेल वर्तन नहीं है, उहदे अगे नमस्कार कर, ताको कीजिए नमस्कार। नमस्कार मतलब उहदे अगे उस ठाकुर अगे, उस प्रभु अगे सरेंडर कर दे अपने आप। जाके मन लागा प्रभ मीठा, मन दे नन्ने नूं सिहारी लगी है। जाके मन, जिहदे मन नूं लागा प्रभ मीठा, जे तू सरेंडर करेगा, जिहदे मन नूं ओ प्रभ मिठा करके लग गया, भाव उहदे नियम दे अनुसार चलना शुरू किया जिन्हें, सर्व सुख ताहू मन बूठा। सारे सुख उत्थे आके बूठा हुंदा है, वसदे ने। बूठा हुंदा वस जाना। सर्व सुख ताहू मन बूठा, सारे सुख उत्थे वस जांदे ने। ये सुख जिहड़े ने जाके लग मन लगा प्रभ मीठा, ये प्रभ और सुख, सर्व सुख ताहू मन बूठा, इन्हों रहाओ दे नाल असीं जरूर रिलेट कर लीए। सुख मनी सुख अमृत प्रभ नाम, ये वही सुख है, उसे सुख की गल चल रही है। जिस जन अपना हुक्म मनाया, सर्ब थोक नानक तिन पाया। जिसने उहदे हुक्म नूं मन्निया, जिहड़े जन ने वो हुक्म दे मम्मे नूं औंकड़ लगी है। हुक्म कहते ने, हुक्म मनाया भाव जिस जन ने उस हुक्म नूं मनाया, भाव उस हुक्म नूं मन्निया, उहदे उत्ते चलिया, उहनूं सरेंडर, उहदे अगे सरेंडर कीता। सर्ब थोक नानक तिन पाया। थोक दा मतलब तुसीं अर्थ देखोगे तो थोक दा मतलब ही हुंदे ने कोई वस्तुआं। जरूर कहते हैं थोक दे विच बहुत सारियां चीज़ां, जिन्हों कलैक्शन ऑफ
ਗੁੜਸ ਜਿਹਨੂੰ ਕਹਿੰਦੇ ਨੇ, ਉਹਨੂੰ ਕਹਿੰਦੇ ਥੋਕ ਕਹਿੰਦੇ ਨੇ। ਥੋਕ ਦੇ ਵਿੱਚ ਸਾਰੇ ਪਦਾਰਥ। ਸੋ ਇਹ ਜਿਹੜੇ ਸਾਰੇ ਪਦਾਰਥ ਜਿਹੜੇ ਖੋਏ ਗਏ ਸੀ ਨਾ, ਉੱਤੇ ਦੀ ਗੱਲ ਕੀਤੀ ਹੈ। ਸਰਬ ਥੋਕ, ਥੋਕ ਦਾ ਮਤਲਬ ਪਦਾਰਥ ਹੈ, ਵਸਤੂਆਂ। ਇਹ ਉਸੇ ਨੂੰ ਮਿਲੇ, ਸਰਬ ਥੋਕ ਨਾਨਕ ਤਿਨ ਪਾਇਆ। ਇਹ ਸਾਰੇ ਥੋਕ ਭਾਵ ਉਹ ਵਸਤੂਆਂ ਉਦੋਂ ਹੀ ਮਿਲਦੀਆਂ। ਇਸੀ ਦੀ ਗੱਲ ਅੱਗੇ ਇੱਕ ਜਗ੍ਹਾ ਹੋਰ ਅਸੀਂ ਪੜ੍ਹਦੇ ਹਾਂ, ਸਭੈ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ। ਉਹ ਇੱਕ ਵਸਤ ਦੀ ਜਿਹੜੀ ਗੱਲ ਕੀਤੀ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਜਦੋਂ ਅਸੀਂ ਗੁਰਬਾਣੀ ਦੇ ਸਿਧਾਂਤ ਨੂੰ ਅਸੀਂ ਜਦ ਤੱਕ ਸਮਝਦੇ ਹਾਂ ਨਾ, ਜਿਸ ਤਰ੍ਹਾਂ ਅਸੀਂ ਕਈ ਵਾਰੀ ਅਸੀਂ ਗੱਲ ਕੀਤੀ ਹੈ ਕਿ ਜਿਹੜੀ ਘਰ ਦੇ ਵਿੱਚ ਲੜਕੀ ਜਿਹੜੀ ਹੈ ਨਾ, ਜੇ ਉਹ ਕਿਚਨ ਦੇ ਵਿੱਚ ਨਾ ਗਈ ਹੋਏ ਨਾ ਕਦੀ, ਤੇ ਉਹਦੇ ਅੱਗੇ ਪੀਸਿਆ ਹੋਇਆ ਜੀਰਾ, ਪੀਸਿਆ ਹੋਇਆ ਧਨੀਆ, ਗਰਮ ਮਸਾਲਾ, ਇਹ 4-5 ਮਸਾਲੇ ਰੱਖ ਦਿਓ ਨਾ, ਤੇ ਉਹਨੂੰ ਪਰਖ ਨਹੀਂ ਹੁੰਦੀ ਕਿ ਕਿਹੜਾ ਕੀ ਹੈਗਾ, ਕਿਉਂਕਿ ਉਹਨੇ ਕਦੀ ਇਸਤੇਮਾਲ ਹੀ ਨਹੀਂ ਕੀਤਾ। ਉਹਨੂੰ ਨਹੀਂ, ਉਹ ਫਰਕ ਨਹੀਂ ਦੱਸ ਸਕਦੀ ਜਿਹਨੇ ਕਦੀ, ਔਰ ਜਿਹਨੇ ਇਸਤੇਮਾਲ ਕੀਤਾ ਉਹ ਤਾਂ ਦੂਰੋਂ ਦੇਖ ਕੇ ਦੱਸ ਦੇਗਾ, ਕਲਰ ਦੇਖ ਕੇ ਦੱਸ ਦਿੰਦਾ। ਜਿਹੜੀ ਸਾਡੀਆਂ ਮਾਤਾਵਾਂ ਬੀਬੀਆਂ ਜਿਹੜੀਆਂ ਹੈਗੀਆਂ, ਉਹ ਜਿਨ੍ਹਾਂ ਨੇ ਕਿਚਨ ਦੇ ਕੰਮ ਕੀਤੇ ਹੈ ਨਾ, ਉਹ ਦੇਖ ਕੇ ਦੂਰੋਂ ਦੱਸ ਦਿੰਦੀ ਹੈ ਕਿ ਇਹ ਪੀਸਿਆ ਹੋਇਆ ਧਨੀਆ ਹੈ, ਇਹ ਗਰਮ ਮਸਾਲਾ ਹੈ, ਇਹ ਜੀਰਾ ਹੈ, ਇਹ ਹਲਦੀ ਹੈ, ਕੁਝ ਸਾਰੇ ਮਸਾਲੇ ਸੁੰਘ ਕੇ ਦੱਸ ਦਿੰਦੀਆਂ। ਸੋ ਠੀਕ ਕਿਸੇ ਤਰ੍ਹਾਂ ਗੁਰਬਾਣੀ ਦੇ ਸਿਧਾਂਤਾਂ ਤੋਂ ਜਦੋਂ ਸਾਨੂੰ ਪਤਾ ਲੱਗਦਾ ਹੈ, ਤੇ ਕੋਈ ਵੀ ਗੱਲ ਜਦੋਂ ਸਾਨੂੰ ਆ ਰਹੀ ਹੁੰਦੀ ਹੈ, ਤੇ ਅਸੀਂ ਗੁਰਬਾਣੀ ਦੇ ਜਿਹੜੇ ਫੰਡਾਮੈਂਟਲਸ ਹੈਗੇ ਨੇ ਉਹਦੇ ਨਾਲ ਉਹਨੂੰ ਚੈੱਕ ਕਰ ਲੈਂਦੇ ਹਾਂ। ਜੇ ਸਾਨੂੰ ਗੁਰਬਾਣੀ ਦੇ ਸਿਧਾਂਤਾਂ ਦਾ ਪਤਾ ਹੋਏਗਾ, ਬੇਸਿਕ ਸਿਧਾਂਤਾਂ ਦਾ ਪਤਾ ਹੋਏਗਾ, ਫਿਰ ਕੋਈ ਵੀ ਸਾਨੂੰ ਭਰਮਾ ਨਹੀਂ ਸਕਦਾ। ਸਾਨੂੰ ਗੱਲ ਸੁਣਦੇ ਹੀ ਸਾਨੂੰ ਪਤਾ ਲੱਗ ਜਾਏਗਾ ਕਿ ਇਹ ਗੱਲ ਜਿਹੜੀ ਹੈ ਇਹ ਕਿਸ ਫ੍ਰੀਕੁਐਂਸੀ ਤੋਂ ਆ ਰਹੀ ਹੈ, ਕਿਸ ਡਾਇਰੈਕਸ਼ਨ ਵੱਲ ਜਾ ਰਹੀ ਹੈ। ਸੋ ਅੱਜ ਦਾ ਜਿਹੜਾ ਪਦਾ ਹੈ, ਅਸੀਂ ਉਹਨੂੰ ਇੱਕ ਵਾਰੀ ਫਿਰ ਪੜ੍ਹ ਲੈਂਦੇ ਹਾਂ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ भी ना दे 10 भी हिरले, तो बूढ़ा को कहाँ करे, जिस ठाकुर से नाही चारा, ताको कीजै सद नमस्कारा, जाके मन लागा प्रभ मीठा, सर्व सुख ताहू मन गुठा, जिस जन अपना हुक्म मनाया, सर्व थोक नानक तिन पाया। भुला चुका दी खिमा। वाहिगुरु जी का खालसा, वाहिगुरु जी की फतेह।